ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਮੁਸਕਰਾਉਂਦਾ ਹੋਇਆ ਚਿਹਰਾ ਰੱਖੋ ਪਹਿਲਾਂ ਸਾਰੇ ਜਾਣੇ। ਤੁਸੀਂ ਮੁਸਕਰਾਉਂਦੇ ਹੋ, ਤੁਹਾਡੀ ਹੈਲਥ ਮੁਸਕਰਾਉਂਦੀ ਹੈ। ਤੁਸੀਂ ਮੁਸਕਰਾਉਂਦੇ ਹੋ, ਤੁਹਾਡੀ ਵੈਲਥ ਮੁਸਕਰਾਉਂਦੀ ਹੈ। ਤੁਸੀਂ ਮੁਸਕਰਾਉਂਦੇ ਹੋ, ਤੁਹਾਡੀ ਜੌਬ, ਤੁਹਾਡਾ ਬਿਜ਼ਨਸ ਮੁਸਕਰਾਉਂਦਾ ਹੈ। ਤੁਸੀਂ ਮੁਸਕਰਾਉਂਦੇ ਹੋ, ਤੁਹਾਡੀ ਫੈਮਿਲੀ ਮੁਸਕਰਾਉਂਦੀ ਹੈ, ਤੁਹਾਡੇ ਰਿਸ਼ਤੇ ਮੁਸਕਰਾਉਂਦੇ ਨੇ, ਪੂਰਾ এনवायरमेंट ਮੁਸਕਰਾਉਂਦਾ ਹੈ। ਮੁਸਕਰਾਓ ਸੰਗਤ ਜੀ। ਤੋ ਅੱਜ ਦਾ ਸਾਡਾ ਜੋ ਟੌਪਿਕ ਹੈ ਉਹ ਹੈ ਸਾਇੰਸ ਆਫ ਮੈਨੀਫੈਸਟੇਸ਼ਨ। ਔਰ ਇਹਦੇ ਬਾਰੇ ਬਹੁਤ ਸਾਰੀਆਂ ਰਿਸਰਚਸ ਹੋ ਚੁੱਕੀਆਂ ਨੇ, ਯੂਨੀਵਰਸਿਟੀਜ਼ ਨੇ ਕੀਤੀਆਂ ਨੇ। ਔਰ ਕਾਫੀ ਲੰਬਾ ਸਮਾਂ ਰਿਸਰਚਸ ਕਰਨ ਤੋਂ ਬਾਅਦ ਉਹ ਫਿਰ ਦੁਨੀਆ ਨੂੰ ਜਿਹੜੇ ਨੇ ਰਿਜ਼ਲਟਸ ਦੱਸਦੇ ਨੇ। ਔਰ ਦੱਸਦੇ ਨੇ ਵੀ ਇਹ ਟੈਕਨੀਕ ਦਾ ਕਿੰਨਾ ਕੁ ਅਸਰ ਪੈਂਦਾ ਸਾਡੇ ਜੀਵਨ ਦੇ ਉੱਤੇ। ਯੂਨੀਵਰਸਿਟੀ ਆਫ ਮੈਲਬੌਰਨ, ਇਹਦੀ ਤਾਂ ਲੇਟੈਸਟ ਰਿਸਰਚ ਹੈਗੀ ਆ 3 ਅਕਤੂਬਰ 2021, ਮਤਲਬ ਪਿਛਲੇ ਸਾਲ ਅਕਤੂਬਰ ਦੀ ਰਿਸਰਚ ਇਹਨਾਂ ਦੀ ਹੈ। ਇੱਧਰ ਯੂਨੀਵਰਸਿਟੀ ਆਫ ਨਿਊਯਾਰਕ ਦੀ ਹੈ, ਸਟੈਨਫੋਰਡ ਯੂਨੀਵਰਸਿਟੀਜ਼ ਦੀ, ਇਹਨਾਂ ਸਾਰੀਆਂ ਦੀਆਂ ਰਿਸਰਚਸ ਓਵਰਆਲ ਮਿਲਾ ਕੇ ਕੀ ਕਹਿ ਰਹੇ ਨੇ। ਇਹ ਕਹਿੰਦੇ ਨੇ ਮੈਨੀਫੈਸਟੇਸ਼ਨ ਦਾ ਪਹਿਲਾਂ ਤਾਂ ਮਤਲਬ ਕੀ ਹੈ। ਇਹਦਾ ਮਤਲਬ ਹੈਗਾ ਕਿ ਤੁਸੀਂ ਆਪਣੇ ਥਾਟਸ ਨੂੰ ਰਿਐਲਿਟੀ ਵਿੱਚ ਬਦਲਣਾ। ਜੋ ਵੀ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ, ਉਹ ਤੁਸੀਂ ਜੋ ਵੀ ਅਚੀਵ ਕਰਨਾ ਚਾਹੁੰਦੇ ਹੋ, ਜੋ ਵੀ ਪਾਣਾ ਚਾਹੁੰਦੇ ਹੋ, ਜਿਸ ਤਰ੍ਹਾਂ ਦਾ ਵੀ ਆਪਣੇ ਲਾਈਫ ਨੂੰ ਤੁਸੀਂ ਚਾਹੁੰਦੇ ਹੋ ਕਿ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਜਾਵੇ, ਉਹ ਆਪਣੇ ਥਾਟਸ ਦੇ ਨਾਲ ਉਹਨੂੰ ਮੈਨੀਫੈਸਟ ਕਰ ਲੈਣਾ ਆਪਣੀ ਜ਼ਿੰਦਗੀ ਦੇ ਵਿੱਚ। ਉਹ ਘਟਨਾ ਨੂੰ ਕਰ ਲੈਣਾ ਆਪਣੇ ਜੀਵਨ ਵਿੱਚ, ਰਿਐਲਿਟੀ ਦੇ ਵਿੱਚ ਉਹ ਹੋ ਜਾਵੇਗਾ। ਤੇ ਨਾਲ ਇਕੱਲਾ ਥਾਟਸ ਨਹੀਂ, ਨਾਲ ਉਹਨਾਂ ਨੇ ਕਿਹਾ ਫੀਲਿੰਗਸ ਵੀ, ਤੁਹਾਡੇ ਬਲੀਫਸ ਵੀ, ਇਹ ਵੀ ਨਾਲ ਹੀ ਚੱਲਣਗੇ, ਔਰ ਤੁਹਾਡੇ ਨਾਲ ਐਕਸ਼ਨਸ ਵੀ। ਸੋ ਸਾਡੇ ਇੱਕ ਥਾਟ ਦਾ, ਇੱਕ ਵਿਚਾਰ ਦਾ ਕਿੱਥੇ ਕਿੱਥੇ ਅਸਰ ਪੈਂਦਾ ਹੈ। ਇਹ ਰਿਸਰਚਸ ਕਹਿੰਦੀਆਂ ਨੇ ਸਾਡੇ ਇੱਕ ਵਿਚਾਰ ਦਾ ਅਸਰ ਸਭ ਤੋਂ ਪਹਿਲਾਂ ਸਾਡੀ ਹੀ ਬਾਡੀ ਤੇ ਪੈਂਦਾ ਹੈ, ਫਿਰ ਸਾਡੇ ਮਾਈਂਡ ਦੇ ਉੱਤੇ, ਫਿਰ ਸਾਡੇ ਜਿਹੜੇ ਰਿਸ਼ਤਿਆਂ ਦੇ ਉੱਤੇ, ਸਾਡੀ ਜੌਬ ਤੇ, ਸਾਡੀ ਬਿਜ਼ਨਸ ਤੇ, ਸਾਡੀ ਵਰਕ ਪਲੇਸ ਤੇ, ਸਾਡੇ ਰਿਸ਼ਤਿਆਂ ਤੇ, ਸਾਡੀ ਸੁਸਾਇਟੀ ਤੇ, ਔਰ ਪੂਰੇ ਵਰਲਡ ਦੇ ਉੱਤੇ ਸਾਡੇ ਇੱਕ ਵਿਚਾਰ ਦਾ ਅਸਰ ਪੈਂਦਾ ਹੈ। ਔਰ ਇੱਕ ਜਾਣਾ ਐਵਰੇਜ ਅਗਰ ਲਾ ਲਓ, ਰੋਜ਼ ਦੇ 60,000 ਤੋਂ 80,000 ਵਿਚਾਰ ਬੰਦਾ ਲੈਂਦਾ। ਅਸੀਂ ਸਾਰੇ ਲਾ ਲਈਏ, ਤੇ ਜਿਨ੍ਹਾਂ ਦਾ ਥੋੜਾ ਮਨ ਸ਼ਾਂਤ ਆ ਉਹ ਥੋੜੇ ਘੱਟ ਲੈਂਦੇ ਨੇ, ਜਿਨ੍ਹਾਂ ਦਾ ਮਨ ਜ਼ਿਆਦਾ ਦੌੜਿਆ ਭੱਜਿਆ ਫਿਰਦਾ ਉਹ ਇਸ ਤੋਂ ਵੀ ਜ਼ਿਆਦਾ ਵਿਚਾਰ ਲੈਂਦੇ ਨੇ। ਹੁਣ ਜਿਹੜੀ ਮੈਨੀਫੈਸਟੇਸ਼ਨ ਇਹ ਕਿਸ ਤਰ੍ਹਾਂ ਕੰਮ ਕਰੇਗੀ। ਹੁਣ ਇੰਨੇ ਖਿੰਡੇ ਵਿਚਾਰਾਂ ਨਾਲ ਤਾਂ ਅਸੀਂ ਕੁਝ ਵੀ ਨਹੀਂ ਅਟਰੈਕਟ ਕਰ ਪਾਉਂਦੇ। ਤਾਂ ਜਦੋਂ ਫਿਰ ਫੋਕਸ ਕਰ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਚੈਨਲਾਈਜ਼ ਕਰ ਲੈਂਦੇ ਹਾਂ, ਫੋਕਸ ਕਰ ਲੈਂਦੇ ਹਾਂ, ਫਿਰ ਅਸੀਂ ਜੋ ਵੀ ਚਾਹੀਏ ਉਸ ਚੀਜ਼ ਨੂੰ ਅਟਰੈਕਟ ਕਰ ਸਕਦੇ ਹਾਂ। ਇਹ ਇਹਨਾਂ ਦੀਆਂ ਕੀ ਰਿਸਰਚਸ ਕਹਿੰਦੀਆਂ ਨੇ। ਯੂਨੀਵਰਸਿਟੀ ਆਫ ਮੈਲਬੌਰਨ ਦੀ ਜਿਹੜੀ 3 ਅਕਤੂਬਰ 2021 ਦੀ ਰਿਸਰਚ ਹੈ, ਇਹ ਕਹਿੰਦੇ ਲਾਅ ਆਫ ਅਟਰੈਕਸ਼ਨ ਦੀ ਤਰ੍ਹਾਂ ਹੀ ਕੰਮ ਕਰ ਰਿਹਾ ਹੈ। ਜਿਹੜਾ ਮੈਨੀਫੈਸਟੇਸ਼ਨ ਵਾਲਾ ਲਾਅ ਹੈ, ਜਿਵੇਂ ਜੋ ਵੀ ਤੁਸੀਂ ਅਟਰੈਕਟ ਕਰਨਾ ਚਾਹੋਗੇ ਉਹ ਤੁਸੀਂ ਕਰ ਸਕਦੇ ਹੋ। ਇਹ ਕਹਿੰਦੇ ਨੇ ਸਾਰੇ ਯੂਨੀਵਰਸ ਦੇ ਜਿਤਨੇ ਵੀ ਪਾਰਟੀਕਲਸ ਨੇ ਇਹ ਸਾਰੇ ਹੀ એનર્ਜੀ ਦੇ ਬਣੇ ਹੋਏ ਨੇ, ਔਰ ਜਿਹੋ ਜਿਹੀ એનર્ਜੀ ਤੁਸੀਂ ਕ੍ਰੀਏਟ ਕਰਦੇ ਹੋ ਉਹੋ ਜਿਹੀ એનર્ਜੀ ਨੂੰ ਤੁਸੀਂ ਅਟਰੈਕਟ ਕਰੀ ਜਾਂਦੇ ਹੋ ਆਪਣੇ ਵੱਲ। ਇਹ ਪੋਜ਼ਿਟਿਵ ਵੀ ਹੋ ਸਕਦੀ, ਨੈਗੇਟਿਵ ਵੀ। ਮਤਲਬ ਅਗਰ ਤੁਸੀਂ ਨੈਗੇਟਿਵ ਥਾਟਸ ਰੱਖਦੇ ਹੋ, ਡਾਊਟ ਵਾਲੇ ਰੱਖਦੇ ਹੋ, ਸੈਲਫ ਡਾਊਟ ਵਾਲੇ, ਫਿਰ ਤੁਸੀਂ ਜਿਹੜਾ ਹੈ ਉਹੋ ਜਿਹੀ ਚੀਜ਼ਾਂ ਅਟਰੈਕਟ ਕਰੋਗੇ ਆਪਣੀ ਲਾਈਫ ਦੇ ਵਿੱਚ। ਰੁਕਾਵਟਾਂ, ਮੁਸੀਬਤਾਂ, ਬਿਮਾਰੀਆਂ, ਇਹੀ ਅਟਰੈਕਟ ਕਰੋਗੇ। ਅਗਰ ਤੁਸੀਂ ਪੋਜ਼ਿਟਿਵ ਹੋ, ਤੁਹਾਡੇ ਬਲੀਫਸ ਜਿਹੜੇ ਵਧੀਆ ਨੇ, ਤੁਹਾਡੀਆਂ ਫੀਲਿੰਗਸ ਵੀ ਬੜੀ ਵਧੀਆ, ਤੁਸੀਂ ਕਰ ਲੈਂਦੇ ਹੋ ਚਾਹ ਕੇ, ਬੇਸ਼ੱਕ ਅੱਜ ਨਹੀਂ ਹੈਗੀਆਂ, ਪਰ ਤੁਸੀਂ ਅਗਰ ਆਪਣੇ ਆਪ ਨੂੰ ਬਦਲ ਲੈਂਦੇ ਹੋ, ਤੁਸੀਂ ਜੋ ਚਾਹੋ ਤੁਸੀਂ ਉਹ ਅਟਰੈਕਟ ਕਰ ਸਕਦੇ ਹੋ, ਪੋਜ਼ਿਟਿਵਿਟੀ ਅਟਰੈਕਟ ਕਰ ਸਕਦੇ ਹੋ। ਇਹਨਾਂ ਨੇ ਕਿਹਾ ਤੁਸੀਂ ਅਗਰ ਪੈਸਾ ਚਾਹੁੰਦੇ ਹੋ ਤੁਸੀਂ ਉਹਨੂੰ ਅਟਰੈਕਟ ਕਰ ਸਕਦੇ ਹੋ। ਅੱਛੇ ਰਿਲੇਸ਼ਨ ਚਾਹੁੰਦੇ ਹੋ ਤੁਹਾਡੇ ਹਸਬੈਂਡ ਵਾਈਫ ਦੇ, ਜਾਂ ਫੈਮਿਲੀ ਦੇ, ਜਾਂ ਕਿਤੇ ਵੀ ਤੁਹਾਡੇ ਆਪਣੀ ਜੌਬ ਦੇ ਉੱਤੇ ਵੀ ਤੁਹਾਡੇ ਰਿਲੇਸ਼ਨਸ਼ਿਪ ਅੱਛੇ ਹੋਣ, ਤੁਸੀਂ ਉਸ ਚੀਜ਼ ਨੂੰ ਅਟਰੈਕਟ ਕਰ ਸਕਦੇ ਹੋ। ਤੁਸੀਂ ਸੋਹਣਾ ਘਰ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਮਨ ਨੂੰ ਬੜਾ ਸੁੰਦਰ ਬਣਾਉਣਾ ਚਾਹੁੰਦੇ ਹੋ, ਪੀਸਫੁਲ ਚਾਹੁੰਦੇ ਹੋ, ਪਾਵਰਫੁਲ ਚਾਹੁੰਦੇ ਹੋ, ਫਿਟਨੈਸ ਚਾਹੁੰਦੇ ਹੋ, ਜੋ ਵੀ ਦੁਨੀਆ ਵਿੱਚ ਜੋ ਵੀ ਸੋਚਿਆ ਜਾ ਸਕਦਾ ਤੁਸੀਂ ਸਭ ਕੁਝ ਜਿਹੜਾ ਮੈਨੀਫੈਸਟ ਕਰ ਸਕਦੇ ਹੋ। ਪਰ ਉਹਦੇ ਕੁਝ ਸਿਧਾਂਤ ਨੇ ਕਿਵੇਂ ਕੀਤਾ ਜਾ ਸਕਦਾ ਹੈ।
ਕਿਉਂਕਿ ਹੁਣ ਪਤਾ ਲੱਗ ਗਿਆ 60 ਤੋਂ 80 ਹਜ਼ਾਰ ਵਿਚਾਰ ਜਿਹੜੇ ਨੇ ਇੰਨੇ ਚੱਲੀ ਜਾ ਰਹੇ ਨੇ, ਇਸ ਕਰਕੇ ਕੁਝ ਵੀ ਨਹੀਂ ਮੈਨੀਫੈਸਟ ਅਸੀਂ ਕਰ ਪਾਉਂਦੇ। ਪਰ ਜਿਹੜਾ ਵਿਚਾਰ ਬਾਰ-ਬਾਰ ਅਸੀਂ ਰਿਪੀਟ ਕਰਾਂਗੇ, ਜਾਂ ਚੱਲ ਵੀ ਰਿਹਾ ਹੋਵੇ, ਕਿਸੇ ਦਾ ਨੈਗੇਟਿਵ ਜ਼ਿਆਦਾ ਚੱਲ ਰਿਹਾ ਤਾਂ ਨੈਗੇਟਿਵਿਟੀ ਅਟਰੈਕਟ ਕਰ ਰਿਹਾ। ਤੋ ਜੇ ਫਿਰ ਉਹ ਕਹਿੰਦੇ ਸੋਚ ਕੇ, ਚਾਹ ਕੇ ਜੋ ਤੁਸੀਂ ਚਾਹੁੰਦੇ ਹੋ ਉਹਦੇ ਉੱਤੇ ਫੋਕਸ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਤੁਹਾਡਾ ਇੱਕ ਥਾਟ ਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਜਾਵੇ। ਐਗਜ਼ਾਮਪਲਸ ਵੀ ਇਹਨਾਂ ਨੇ ਦਿੱਤੀਆਂ ਨੇ ਬਹੁਤ ਸਾਰੀਆਂ। ਇੱਕ ਸੌਖੀ ਜੀ ਅਸੀਂ ਸਮਝੀਏ, ਜਿਵੇਂ ਕਹਿੰਦੇ ਆ ਸੂਰਜ ਦੀ ਰੋਸ਼ਨੀ ਦੇ ਅੱਗੇ ਤੁਸੀਂ ਲੈਂਸ ਨੂੰ ਰੱਖ ਦਿੰਦੇ ਹੋ, ਹੈ ਨਾ, ਉਹਨੂੰ ਹਿਲਾਉਂਦੇ ਨਹੀਂ ਆ, ਇੱਕ ਜਗ੍ਹਾ ਟਿਕਾ ਕੇ ਰੱਖਦੇ ਹੋ। ਉਹਦੇ ਸਾਹਮਣੇ ਤੁਸੀਂ ਕਾਗਜ਼ ਰੱਖ ਦਿੰਦੇ ਹੋ, ਤਾਂ ਕੁਝ ਦੇਰ ਬਾਅਦ ਉਹ ਜਿਹੜਾ ਹੈ ਲੈਂਸ ਆ, ਉਹ ਸੂਰਜ ਦੀ ਜਿਹੜੀ ਸ਼ਕਤੀ ਹੈ, ਉਹਦੀ ਹੀਟ ਆ, ਉਹਨੂੰ ਕੈਚ ਕਰਕੇ ਕਾਗਜ਼ ਨੂੰ ਜਲਾ ਦਿੰਦਾ। ਅਗਰ ਤੁਸੀਂ ਲੈਂਸ ਨੂੰ ਹਿਲਾਈ ਜਾਓਗੇ ਨਹੀਂ ਹੋ ਪਾਵੇਗਾ। ਸੋ ਸਾਡੇ ਇੰਨੇ ਜਿਹੜੇ ਵਿਚਾਰ ਨੇ, ਉਹੀ ਕਾਰਨ ਅਸੀਂ ਮੈਨੀਫੈਸਟ ਨਹੀਂ ਕਰ ਪਾਉਂਦੇ, ਕਿਉਂਕਿ ਇੱਕ ਵਿਚਾਰ ਤੇ ਅਸੀਂ ਫੋਕਸ ਨਹੀਂ ਕਰਦੇ। ਸੋ ਇਹ ਸਿਧਾਂਤ ਕਹਿੰਦਾ ਹੈ ਕਿ ਤੁਸੀਂ ਪਹਿਲਾਂ ਤਾਂ ਆਪਣੇ ਆਪ ਨੂੰ, ਮੈਲਬਰਨ ਯੂਨੀਵਰਸਿਟੀ ਵਾਲੇ ਕਹਿੰਦੇ ਨੇ, ਪਹਿਲਾਂ ਤਾਂ ਆਪਣੇ ਆਪ ਨੂੰ ਨੈਗੇਟਿਵਿਟੀ ਚੋਂ ਬਾਹਰ ਕੱਢੋ, ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ। ਉਹਦੇ ਲਈ ਉਹ ਕਹਿੰਦੇ ਬਾਰ-ਬਾਰ ਇਹ ਆਪਣੇ ਆਪ ਨੂੰ ਤੁਸੀਂ ਇਹ ਥਾਟ ਦਿਓ ਕਿ ਆਈ ਐਮ ਕੈਪੇਬਲ, ਆਈ ਕੈਨ ਡੂ ਦਿਸ। ਇਹ ਬਾਰ-ਬਾਰ ਰਿਪੀਟ ਕਰੋ, ਤੇ ਇਹਦੇ ਨਾਲ ਤੁਸੀਂ ਜਿਹੜਾ ਪੋਜ਼ਿਟਿਵਿਟੀ ਵਿੱਚ ਰਹਿਣ ਲੱਗ ਜਾਓਗੇ। ਤੁਸੀਂ ਫੀਲ ਵੀ ਕਰੋਗੇ ਕਿ ਹਾਂ ਤੁਸੀਂ ਕਰ ਸਕਦੇ ਹੋ। ਹਾਲੇ ਤਾਂ ਤੁਹਾਡੇ ਮਨ 'ਚ ਇੱਕ ਪਾਸੇ ਆਉਂਦਾ ਵੀ ਮੈਂ ਕੰਮ ਕਰਨਾ, ਦੂਸਰੇ ਪਾਸੇ ਪਤਾ ਨਹੀਂ ਮੈਂ ਕਰ ਸਕਣਾ ਕਿ ਨਹੀਂ। ਸੋ ਇਹਦਾ ਧਿਆਨ ਰੱਖਣਾ। ਉਹ ਕਹਿੰਦੇ ਨੇ ਪਹਿਲਾਂ ਆਪਣੇ ਮਾਈਂਡ ਸੈਟ ਨੂੰ ਚੇਂਜ ਕਰੋ। ਜਿਹੜਾ ਤੁਹਾਡਾ ਮਾਈਂਡ ਸੈਟ ਨੈਗੇਟਿਵ ਬਣਿਆ ਹੋਇਆ, ਡਰ, ਫਿਕਰ, ਚਿੰਤਾ, ਪਰੇਸ਼ਾਨੀ ਵਾਲਾ ਬਣਿਆ ਹੋਇਆ, ਜਦ ਤੱਕ ਇਹਨੂੰ ਨਹੀਂ ਤੁਸੀਂ ਚੇਂਜ ਕਰਦੇ ਨਾ, ਤੁਸੀਂ ਫਿਰ ਚੰਗਾ ਮੈਨੀਫੈਸਟ ਨਹੀਂ ਕਰ ਪਾਓਗੇ। ਸੋ ਇਹਨੂੰ ਚੇਂਜ ਕਰਨ ਦੇ ਲਈ ਪੋਜ਼ਿਟਿਵ ਥਾਟਸ ਦਾ ਤੁਸੀਂ ਸਹਾਰਾ ਲਓ। ਹੁਣ ਹੈ ਡਾਕਟਰ ਕੈਰਲ ਡਵੈਕ, ਇਹ ਸਟੈਨਫੋਰਡ ਯੂਨੀਵਰਸਿਟੀ, ਇਹਨਾਂ ਦੀਆਂ ਰਿਸਰਚਸ ਕਹਿੰਦੀਆਂ ਨੇ ਵੀ ਜੇ ਅਸੀਂ ਟਰੂਲੀ ਬਿਲੀਵ ਕਰ ਲੈਂਦੇ ਹਾਂ ਕਿ ਮੈਂ ਇਹ ਅਚੀਵ ਕਰ ਸਕਦਾ ਹਾਂ, ਤਾਂ ਤੁਸੀਂ ਕਰ ਲਓਗੇ, ਇਹ 'ਚ ਕੋਈ ਸ਼ੱਕ ਨਹੀਂ। ਹੋਰ ਨਾਲ ਕਹਿੰਦੇ ਇਹਦਾ ਕੀ ਫਾਇਦਾ, ਉਹ ਅਚੀਵ ਕਰਨ ਦੇ ਲਈ ਜਿਹੜੀ ਮਿਹਨਤ ਲੱਗਣੀ ਹੈ ਨਾ, ਉਹ ਤੁਹਾਨੂੰ ਮਿਹਨਤ ਵੀ ਤੰਗ ਜਾਂ ਪਰੇਸ਼ਾਨ ਨਹੀਂ ਕਰਦੀ। ਤੁਸੀਂ ਖੁਸ਼ ਹੋ ਕੇ ਉਹ ਮਿਹਨਤ ਵੀ ਕਰ ਲੈਂਦੇ ਹੋ। ਲੇਕਿਨ ਪਹਿਲਾਂ ਇਹ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਤੁਸੀਂ ਕਰ ਸਕਦੇ ਹੋ। ਇਹਦੇ ਲਈ ਆਪਣੇ ਆਪ ਨੂੰ ਬਾਰ-ਬਾਰ ਕਹਿੰਦੇ ਹੋ ਥਾਟਸ ਦਿਓ ਆਪਣੇ ਆਪ ਨੂੰ। ਔਰ ਇਹਨਾਂ ਦੀ ਜਿਹੜੀ ਮੇਨ ਸਟੈਨਫੋਰਡ ਯੂਨੀਵਰਸਿਟੀ ਦੀ ਰਿਸਰਚ ਹੈ, ਥਾਟਸ ਐਂਡ ਬਿਹੇਵੀਅਰ ਦੇ ਉੱਤੇ ਹੀ ਹੈ, ਜਿੱਤੇ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ। ਤੇ ਡਾਕਟਰ ਸੋਂਜਾ ਐਲ ਕੈਲੀਫੋਰਨੀਆ ਦੇ, ਇਹ ਕਹਿੰਦੇ ਨੇ ਵੀ ਬੰਦਾ ਸਕਸੈਸ ਚਾਹੁੰਦਾ ਲਾਈਫ ਦੇ ਵਿੱਚ, ਹੈ ਨਾ, ਇਹ ਕਹਿੰਦੇ ਨੇ ਵੀ ਤੁਹਾਨੂੰ ਔਰ ਬੰਦਾ ਚਾਹੁੰਦਾ ਵੀ ਜਦੋਂ ਮੈਨੂੰ ਸਕਸੈਸ ਮਿਲ ਜਾਏਗੀ ਤਾਂ ਮੈਂ ਖੁਸ਼ ਹੋ ਜਾਊਂਗਾ। ਪਰ ਇਹਨਾਂ ਦੀ ਰਿਸਰਚ ਇਹ ਕਹਿ ਰਹੀ ਹੈ, ਡਾਕਟਰ ਸੋਂਜਾ ਐਲ ਦੀ, ਇਹ ਕਹਿੰਦੇ ਨੇ ਕਿ ਸਕਸੈਸ ਹੋ ਕੇ ਨਹੀਂ ਤੁਹਾਨੂੰ ਹੈਪੀਨੈਸ ਮਿਲਦੀ, ਜਦੋਂ ਤੁਸੀਂ ਹੈਪੀ ਹੋ ਉਦੋਂ ਤੁਸੀਂ ਸਕਸੈਸ ਨੂੰ ਅਟਰੈਕਟ ਕਰਦੇ ਹੋ। ਸੋ ਇਸ ਦੇ ਲਈ ਪਹਿਲਾਂ ਖੁਸ਼ ਰਹਿਣਾ ਸਿੱਖੋ। ਹਾਂ, ਹੁਣ ਦੇਖੋ ਸਾਰੇ ਕਿਵੇਂ ਮੁਸਕਰਾਉਣ ਲੱਗ ਗਏ। ਇਹ ਬਾਰ-ਬਾਰ ਮੁਸਕਰਾ ਲਿਆ ਕਰੋ। ਉਹ ਕਹਿੰਦੇ ਤੁਸੀਂ ਖੁਸ਼ ਰਹਿੰਦੇ ਹੋ, ਤੁਸੀਂ ਚੰਗਾ ਹੀ ਅਟਰੈਕਟ ਕਰਦੇ ਹੋ ਆਪਣੀ ਲਾਈਫ ਦੇ ਵਿੱਚ, ਕਿਉਂਕਿ ਨੈਗੇਟਿਵ ਬੰਦਾ ਥੋੜੀ ਖੁਸ਼ ਹੋਏਗਾ, ਪੋਜ਼ਿਟਿਵਿਟੀ ਵਾਲਾ ਹੀ ਖੁਸ਼ ਫੀਲ ਕਰੇਗਾ ਨਾ, ਫਿਰ ਉਹ ਚੰਗਾ ਹੀ ਅਟਰੈਕਟ ਕਰੇਗਾ। ਔਰ ਉਹਦੇ ਲਈ ਬਹੁਤ ਸੁੰਦਰ ਇਹਨਾਂ ਨੇ ਮੈਥਡ ਦਿੱਤਾ ਸਾਨੂੰ, ਉਹ ਅਸੀਂ ਕਰਾਂਗੇ ਬਾਅਦ ਵਿੱਚ ਕਿਹੜੇ-ਕਿਹੜੇ ਸਟੈਪਸ ਦੱਸੇ ਨੇ। ਤੇ ਨਿਊਯਾਰਕ ਯੂਨੀਵਰਸਿਟੀ, ਇਹਨਾਂ ਦੀ ਜਿਹੜੇ ਸਾਈਕੋਲੋਜਿਸਟ ਨੇ, ਇਹ ਕਹਿੰਦੇ ਨੇ, ਇਹਨਾਂ ਨੇ ਇਹਦੇ ਤੇ ਕੰਮ ਕੀਤਾ, ਸੈਲਫ ਫੁਲਫਿਲਿੰਗ ਪ੍ਰੋਫੈਸੀ। ਇਹਦਾ ਮਤਲਬ ਹੈ ਕਿ ਆਪਣੇ ਬਾਰੇ ਭਵਿੱਖਬਾਣੀ ਕਰ ਦੇਣਾ। ਅਸੀਂ ਕਰਦੇ ਹੀ ਹਾਂ ਰੋਜ਼, ਕਿੰਨੀ ਅੰਦਰ ਕਰੀ ਜਾਂਦੇ ਹਾਂ, ਆਪਣੀ ਭਵਿੱਖਬਾਣੀ ਕਰਦੇ, ਮੈਂ ਤਾਂ ਬਿਮਾਰ ਹਾਂ, ਮੈਂ ਤਾਂ ਰੋਗੀ ਹਾਂ, ਮੇਰੇ ਤਾਂ ਗੋਡੇ ਦੁਖਦੇ ਨੇ, ਇਹ ਨੈਗੇਟਿਵਿਟੀ ਵਾਲੇ। ਤੇ ਚੰਗੀ ਭਵਿੱਖਬਾਣੀ ਕਹਿੰਦੇ ਆਪਣੀ ਤੁਸੀਂ ਕਰੋ, ਉਹ ਹੋ ਕੇ ਰਹੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ। ਮੈਂ ਤੰਦਰੁਸਤ ਹਾਂ, ਮੈਂ ਫਿੱਟ ਹਾਂ, ਮੈਂ ਖੁਸ਼ ਹਾਂ, ਮੈਂ ਪੀਸਫੁਲ ਹਾਂ, ਮੈਂ ਪਾਵਰਫੁਲ ਹਾਂ। ਇੱਦਾਂ ਦੀਆਂ ਇਹ ਕਹਿੰਦੇ ਇਹ ਆਪਣੀ ਭਵਿੱਖਬਾਣੀ ਇੱਦਾਂ ਦੀ ਕਰੋ ਤੁਸੀਂ, ਔਰ ਨਾਲ ਉਹਨੂੰ ਫੀਲ ਕਰੋ। ਹੁਣ USA ਤੋਂ ਐਮੈਂਡਾ ਡੀ ਸਾਈਕੋਲੋਜਿਸਟ ਨੇ, ਮੈਂਟਲ ਹੈਲਥ ਦੇ ਉੱਤੇ ਕੰਮ ਕਰ ਰਹੇ ਨੇ, ਮੈਂਟਲ ਹੈਲਥ ਦੇ ਕੇਅਰ ਵਰਕਰ ਨੇ ਇਹ, ਤੇ ਇਹਨਾਂ ਨੂੰ ਬਹੁਤ ਸਾਰੇ ਅਵਾਰਡਸ ਵੀ ਮਿਲੇ ਆ ਇਹਦੇ ਉੱਤੇ ਹੀ, ਮੈਨੀਫੈਸਟੇਸ਼ਨ ਦੇ ਉੱਤੇ ਇਹਨਾਂ ਨੇ ਕੰਮ ਕਾਫੀ ਕੀਤਾ। ਇਹ ਕਹਿੰਦੇ ਨੇ ਕਿ ਮੈਂ ਪਾਵਰ ਆਫ ਮੈਨੀਫੈਸਟੇਸ਼ਨ ਨੂੰ ਕਿਵੇਂ ਯੂਜ਼ ਕਰਦੀ ਹਾਂ, ਕਿ ਮੈਂ ਆਪਣੇ ਆਪ ਨੂੰ ਰੋਜ਼ ਸਵੇਰੇ ਇਹ
ਅਫਰਮੇਸ਼ਨ ਦੇ ਦਿੰਦੀ ਹਾਂ ਕਿ ਅੱਜ ਜਿੰਨੇ ਵੀ ਪੇਸ਼ੈਂਟ ਮੈਂ ਦੇਖਣੇ ਆ ਨਾ, ਸਾਰਿਆਂ ਨੂੰ ਮੈਂ ਠੀਕ ਕਰ ਦੇਣਾ। ਜਿੰਨਿਆਂ ਨੂੰ ਵੀ ਮੈਂ ਟੱਚ ਕਰਨਾ, ਜਿੰਨਿਆਂ ਨੂੰ ਵੀ ਮੈਂ ਦੇਖਣਾ, ਮੈਂ ਸਾਰਿਆਂ ਨੂੰ ਠੀਕ ਕਰ ਦੇਣਾ। ਉਹ ਕਹਿੰਦੇ ਇਹਦਾ ਰਿਜ਼ਲਟ ਕੰਮ ਕਰ ਰਿਹਾ ਹੈ, ਇਹਨਾਂ ਦੇ ਥਰੂ ਛੇਤੀ ਹੀਲ ਹੋ ਰਹੇ ਨੇ। ਕਿਉਂਕਿ ਉਹਨਾਂ ਨੇ ਅਸੀਂ ਇੱਕ ਔਰਾ ਦਾ, ਆਭਾ ਮੰਡਲ ਦਾ ਵੀ ਟੌਪਿਕ ਰੱਖਾਂਗੇ। ਸੋ ਇਹਨਾਂ ਨੇ ਆਪਣਾ ਔਰਾ ਕਿੱਦਾਂ ਦਾ ਬਣਾ ਲਿਆ, ਆਭਾ ਮੰਡਲ ਕਿਹੋ ਜਿਹਾ ਬਣਾ ਲਿਆ ਇਹਨਾਂ ਨੇ ਆਪਣੀ ਹੀਲਿੰਗ ਪਾਵਰ ਵਾਲਾ, ਤੇ ਮੈਂ ਹੀਲ ਕਰ ਦੇਣਾ, ਜਿਹਨੇ ਮੈਨੂੰ ਮਿਲਣਾ ਮੈਂ ਉਹਨੂੰ ਹੀਲ ਕਰ ਦੇਣਾ। ਸੋ ਸੰਗਤ ਜੀ, ਹੋਰ ਵੀ ਬਹੁਤ ਸਾਰੀਆਂ ਰਿਸਰਚਸ ਨੇ। ਚਲੋ ਸਾਨੂੰ ਸਮਝ ਲੱਗ ਗਈ ਵੀ ਸਾਨੂੰ ਅੱਜ ਰਿਸਰਚਸ ਵੀ, ਯੂਨੀਵਰਸਿਟੀਜ਼ ਵਾਲੇ ਵੀ, ਪ੍ਰੋਫੈਸਰਸ ਵੀ, ਸਾਈਕੋਲੋਜਿਸਟ ਵੀ ਸਾਨੂੰ ਦੱਸ ਰਹੇ ਨੇ ਵੀ ਇਹ ਸਿਧਾਂਤ ਜਿਹੜਾ ਕੰਮ ਕਰਦਾ ਆ, ਇਹਦੇ ਪਿੱਛੇ ਸਾਇੰਸ ਛੁਪੀ ਹੋਈ ਹੈ। ਸੋ ਹੁਣ ਅਸੀਂ ਇਹ ਦੇਖੀਏ ਵੀ ਕਿਹੜੀਆਂ ਟੈਕਨੀਕਸ ਨੇ ਜਿਹੜੀਆਂ ਕੰਮ ਕਰਦੀਆਂ ਨੇ, ਤੇ ਔਰ ਫਿਰ ਉਹਦੇ ਕੀ ਸਟੈਪਸ ਨੇ। ਇੱਕ ਹੈ ਨਿਕੋਲਾ ਟੈਸਲਾ ਦੀ ਜਿਹੜੀ ਟੈਕਨੀਕ ਹੈਗੀ 369, ਇਹ ਵੀ ਬੜੀ ਮਸ਼ਹੂਰ ਹੈ ਇਹ ਟੈਕਨੀਕ ਮੈਨੀਫੈਸਟੇਸ਼ਨ ਦੇ ਲਈ। ਇਹਦੇ ਲਈ ਕੀ ਕਹਿੰਦੇ ਨੇ ਕਿ ਇਹ 19ਵੀਂ ਸਦੀ ਦੇ ਬੜੇ ਮੰਨੇ ਪਰਮੰਨੇ ਜਾਣੇ ਮਾਣੇ ਸਾਇੰਟਿਸਟ ਹੋਏ ਨੇ ਨਿਕੋਲਾ ਟੈਸਲਾ। ਬਹੁਤ ਸਾਰੀਆਂ ਨੇ ਰਿਸਰਚਸ ਕਰਕੇ ਦਿੱਤੀਆਂ ਦੁਨੀਆ ਨੂੰ। ਤਾਂ ਇਹ ਇਹਨਾਂ ਦੀ ਟੈਕਨੀਕ ਕਹਿੰਦੀ ਆ ਵੀ ਸਵੇਰੇ ਸੁੱਤੇ ਉੱਠਦੇ ਆ ਤੁਸੀਂ ਰਾਤ ਨੂੰ ਹੀ ਆਪਣੇ ਕੋਲ ਕਾਪੀ ਜਾਂ ਨੋਟਬੁੱਕ ਜਾਂ ਡਾਇਰੀ ਪੈਨ ਰੱਖੋ। ਸਵੇਰੇ ਸੁੱਤੇ ਉੱਠਦੇ ਆ 3 ਵਾਰ ਤੁਸੀਂ ਲਿਖੋ ਜੋ ਤੁਸੀਂ ਪਾਣਾ ਚਾਹੁੰਦੇ ਹੋ, ਜੋ ਵੀ ਤੁਹਾਡਾ ਗੋਲ ਹੈ। ਮੰਨ ਲਓ ਹੈਲਥ ਪਾਣਾ ਚਾਹੁੰਦੇ ਹੋ ਤਾਂ ਆਈ ਐਮ ਫਿਟ ਜਾਂ ਆਈ ਐਮ ਹੈਲਦੀ, ਇਹਨੂੰ ਲਿਖੋ 3 ਵਾਰ। 3 ਵਾਰ ਲਿਖਣ ਤੋਂ ਬਾਅਦ ਫਿਰ ਉਹਨੂੰ ਫੀਲ ਵੀ ਕਰੋ। ਹੁਣ ਬਿਲਕੁਲ ਆਪਣੇ ਸਰੀਰ ਨੂੰ ਵਿਜ਼ੂਅਲਾਈਜ਼ ਕਰੋ ਵੀ ਬਿਲਕੁਲ ਫਿੱਟ ਆ। ਅਗਰ ਅੰਦਰ ਤੁਹਾਡੇ ਕੋਈ ਰੋਗ ਆ, ਹੁਣ ਤੁਸੀਂ ਫੀਲ ਕਰੋ ਵੀ ਉਹ ਹੈ ਹੀ ਨਹੀਂਗਾ, ਤੰਦਰੁਸਤ ਤੁਹਾਡਾ ਸਰੀਰ ਆ। ਇਵੇਂ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤਾਂ ਆਈ ਐਮ ਰਿਚ, ਆਈ ਐਮ ਵੈਲਥੀ। ਇੱਦਾਂ ਉਹ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਲਿਖੀਆਂ। ਤੁਸੀਂ ਸੋਹਣਾ ਅਗਰ ਘਰ ਪਾਉਣਾ ਚਾਹੁੰਦੇ ਹੋ ਤਾਂ ਫਿਰ ਉਦੋਂ ਲਿਖੋ ਕਿ ਮੈਂ ਬਹੁਤ ਸੋਹਣੇ ਘਰ 'ਚ ਰਹਿ ਰਿਹਾ ਹਾਂ, ਇਹ ਨਹੀਂ ਕਿ ਮੈਨੂੰ ਮਿਲੇਗਾ। ਤੇ ਨਾਲ ਥੈਂਕ ਯੂ ਵੀ ਮਿਲ ਗਿਆ ਨਾ, ਕਿਉਂਕਿ ਥੈਂਕਸ ਵੀ ਨਾਲ ਹੀ, ਗ੍ਰੈਟੀਟਿਊਡ ਵੀ ਨਾਲ ਹੀ। 3 ਵਾਰ ਸਵੇਰ ਨੂੰ ਲਿਖ ਲਓ, ਨਾਲ ਲੱਗਦਾ ਵਿਜ਼ੂਅਲਾਈਜ਼ ਕਰੋ। ਫਿਰ ਇਹ ਹੋ ਗਈ 3। ਫਿਰ 6 ਦੁਪਹਿਰ ਨੂੰ 6 ਵਾਰ ਲਿਖੋ। ਫਿਰ ਨਾਲ ਉਸ ਚੀਜ਼ ਨੂੰ ਫੀਲ ਕਰੋ ਜੋ ਵੀ ਤੁਸੀਂ ਚਾਹੁੰਦੇ ਹੋ। ਐਟ ਏ ਟਾਈਮ ਇੱਕ ਗੋਲ। ਅਗਰ ਹੈਲਥ ਦਾ ਕਰ ਰਹੇ ਹੋ ਤਾਂ ਹੈਲਥ ਦਾ ਹੀ ਕਰੋ। ਅਗਰ ਸੋਹਣਾ ਘਰ ਚਾਹੁੰਦੇ ਹੋ ਉਹੀ ਕਰੋ। ਅਗਰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਉਹੀ ਵਿਜ਼ੂਅਲਾਈਜ਼ ਕਰੋ ਕਿ ਵਾਹਿਗੁਰੂ ਜੀ ਮੈਨੂੰ ਮਿਲ ਗਏ ਨੇ, ਮੈਂ ਤੇ ਪ੍ਰੇਮ ਵਿੱਚ ਆ, ਮੈਂ ਤੇ ਰੰਗ ਵਿੱਚ ਆ। ਫਿਰ ਉਹੀ ਵਿਜ਼ੂਅਲਾਈਜ਼ ਕਰੋ। ਸਾਰਿਆਂ ਦੇ ਆਪਣੇ ਆਪਣੇ ਗੋਲਸ ਹੋ ਸਕਦੇ ਨੇ, ਆਪਾਂ ਸਾਰੀਆਂ ਗੱਲਾਂ ਅੱਜ ਕਰ ਲੈਣੀਆਂ ਹੈ ਨਾ। ਸੋ ਕਿਸੇ ਨੂੰ ਰਿਸ਼ਤਾ ਨਹੀਂ ਹੋ ਰਿਹਾ ਵਿਆਹ ਦਾ, ਤਾਂ ਉਹਦੇ ਵਿੱਚ ਵੀ ਮੇਰਾ ਵਾਹਿਗੁਰੂ ਜੀ ਥੈਂਕ ਯੂ, ਬਹੁਤ ਸੁੰਦਰ ਮੈਨੂੰ ਪਾਰਟਨਰ, ਮਤਲਬ ਸੁੰਦਰ ਮੀਨਸ ਆਊਟਰ ਲੁੱਕ ਸੁੰਦਰ ਨਹੀਂ, ਸੁੰਦਰ ਮਨ ਵਾਲਾ ਮੈਨੂੰ ਪਾਰਟਨਰ ਮਿਲ ਗਿਆ। ਅਸੀਂ ਬੜੇ ਪ੍ਰੇਮ ਨਾਲ ਰਹਿ ਰਹੇ ਹਾਂ, ਵਾਹਿਗੁਰੂ ਜੀ ਥੈਂਕ ਯੂ। ਨਾਲ ਥੈਂਕ ਯੂ, ਇੱਕ ਚੀਜ਼ ਤੇ ਫੋਕਸ ਕਰੋ। ਫਿਰ ਰਾਤ ਨੂੰ 9 ਵਾਰ। ਔਰ ਵਿਜ਼ੂਅਲਾਈਜ਼ ਜ਼ਰੂਰ ਕਰਨਾ। ਜੋ ਤੁਸੀਂ ਲਿਖਦੇ ਹੋ, ਲਿਖ ਕੇ ਫਿਰ ਅੱਖਾਂ ਬੰਦ ਕਰਕੇ ਬਿਲਕੁਲ ਫੀਲ ਕਰੋ ਕਿ ਚਲੋ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹੋ। ਫੀਲ ਕਰੋ ਬਸ ਵਾਹਿਗੁਰੂ ਦੇ ਵਿੱਚ ਹੀ ਇੱਕਮਿਕ ਹੋਏ ਪਏ। ਫਿਰ ਇਹਨੂੰ ਇਹੀ ਫੀਲ ਕਰੀ ਜਾਓ ਔਰ ਦਿਨ ਵਿੱਚ ਤੁਸੀਂ ਦੇਖੋ ਫਿਰ ਆਪਣੇ ਆਪ ਹੀ ਫੀਲ ਹੁੰਦਾ ਰਹੇਗਾ। ਸੋ ਇਹ ਹੈਗੀ 369 ਦੀ ਟੈਕਨੀਕ ਹੈਗੀ ਹੈ। ਫਿਰ ਅਗਲੀ ਹੈਗੀ ਰੈਪੀਟੇਸ਼ਨ ਐਂਡ ਬਲੀਫ ਟੈਕਨੀਕ। ਇਹ ਹੈਗੀ ਆ 55-5। ਸੌਰੀ ਮੈਂ ਦੱਸਣਾ ਭੁੱਲ ਗਈ। 369 ਵਾਲੀ ਘੱਟ ਤੋਂ ਘੱਟ 45 ਡੇਜ਼ ਕਰੋ, 45 ਦਿਨ। ਬਹੁਤ ਲੰਬਾ ਸਮਾਂ ਵੀ ਨਹੀਂ ਇਹਨਾਂ ਨੇ ਦੱਸਿਆ ਸਾਨੂੰ, ਇੰਨੇ ਥੋੜੇ ਦਿਨਾਂ ਚੋਂ ਕਹਿੰਦੇ ਕੰਮ ਹੋਣ ਲੱਗ ਜਾਂਦਾ। ਹੁਣ 55 ਵਾਲਾ ਇਹ 5 ਦਿਨ ਦੀ ਟੈਕਨੀਕ ਆ ਸਿਰਫ। ਤਾਂ ਇਹਦੇ ਲਈ ਕੀ ਕਰਨਾ, ਸਵੇਰੇ ਸੁੱਤੇ ਉੱਠਦੇ ਆ 55 ਟਾਈਮਸ ਲਿਖਣਾ ਜੋ ਵੀ ਤੁਹਾਡਾ ਗੋਲ ਹੈ, ਜੋ ਤੁਸੀਂ ਚਾਹੁੰਦੇ ਹੋ, 5 ਦਿਨ ਲਗਾਤਾਰ। ਫਿਰ ਉਸ ਤੋਂ ਬਾਅਦ ਉਹ ਸਵੇਰੇ ਲਿਖ ਕੇ ਉਹ ਤੋਂ ਬਾਅਦ ਛੱਡ ਦਿਓ, ਬਸ ਯੂਨੀਵਰਸ ਚਲਾ ਗਿਆ, ਤੁਹਾਡਾ ਮੈਸੇਜ ਚਲਾ ਗਿਆ, ਸਾਰੇ ਪਾਸੇ ਦਾ ਪਰਮਾਤਮਾ ਦਾ ਪਸਾਰਾ ਆ। ਫਿਰ ਆਪਣਾ ਜੋ ਕੰਮ ਕਰਦੇ ਕਰੀ ਜਾਓ, ਸਾਰਾ ਕੁਝ ਕਰੀ ਜਾਓ। ਇਹਨੂੰ 5 ਦਿਨ ਕਰੋ। ਤੇ ਅਗਲਾ ਹੈਗਾ ਆ ਟੈਕਨੀਕ ਹੈਗੀ ਹੈ 70 ਸੈਕਿੰਡਸ, 17 ਸੈਕਿੰਡਸ ਦੀ ਜਿਹੜੀ ਟੈਕਨੀਕ ਹੈ। ਕਿਉਂਕਿ ਰਿਸਰਚਰਸ ਕਹਿੰਦੀਆਂ ਨੇ ਵੀ ਜਦੋਂ 17 ਸੈਕਿੰਡ ਅਸੀਂ ਇੱਕ ਥਾਟ ਦੇ ਉੱਤੇ ਹੀ ਫੋਕਸ ਕਰ ਲੈਂਦੇ ਹਾਂ,
17 ਸੈਕਿੰਡ ਵਾਸਤੇ, ਤਾਂ ਫਿਰ ਬਾਕੀ ਜਿੰਨਾ ਕਲਟਰ ਆ ਨਾ ਉਹ ਪਿੱਛੇ ਹੋਣ ਲੱਗ ਜਾਂਦਾ। ਮਨ ਬੜਾ ਖਿੰਡਿਆ ਜਿਹੜਾ ਰਹਿੰਦਾ ਹੈ ਉਹ ਸਭ ਪਿੱਛੇ ਹੋ ਕੇ ਤੁਸੀਂ ਉਹਦੇ ਤੇ ਫੋਕਸ ਕਰ ਸਕਦੇ ਹੋ। ਫਿਰ 17 ਸੈਕਿੰਡ ਨਹੀਂ ਐਕਚੁਅਲੀ ਕਰਨਾ, 17 ਸੈਕਿੰਡ ਦਾ ਬਿਲਕੁਲ ਹੀ ਤੁਸੀਂ ਫੋਕਸ ਕਰ ਲਓ ਆਪਣੇ ਆਪ ਨੂੰ ਉਹਦੇ ਉੱਤੇ। ਕਿੰਨਾ ਫਿਰ ਇਸ ਨੂੰ ਹੋਲਡ ਕਰਕੇ ਰੱਖਣਾ? 68 ਸੈਕਿੰਡਸ ਤੱਕ, ਕਿਉਂਕਿ ਪਹਿਲਾਂ ਇੰਨਾ ਮਨ ਨਹੀਂ ਟਿਕਦਾ, ਇਸ ਕਰਕੇ 17 ਸੈਕਿੰਡ ਤੋਂ ਸ਼ੁਰੂ ਕਰੋ। ਜਿਨ੍ਹਾਂ ਦਾ ਟਿਕਦਾ ਆ ਉਹ ਲੰਬਾ ਸਮਾਂ 1 ਮਿੰਟ ਤੋਂ ਵੀ ਵੱਧ ਉਸੇ ਚੀਜ਼ ਨੂੰ ਵਿਜ਼ੂਅਲਾਈਜ਼ ਕਰੀ ਜਾਓ ਜੋ ਵੀ ਤੁਸੀਂ ਚਾਹੁੰਦੇ ਹੋ। ਔਰ ਜਿਹੜੇ ਮੈਡੀਟੇਸ਼ਨ ਵਾਲੇ ਨੇ, ਮੈਡੀਟੇਟਰ ਨੇ, ਉਹਨਾਂ ਲਈ ਬਹੁਤ ਸੌਖਾ ਆ, ਕਿਉਂਕਿ ਉਹਨਾਂ ਦਾ ਮਨ ਜਦੋਂ ਮੈਡੀਟੇਸ਼ਨ ਕਰਦੇ, ਬੰਦਗੀ ਕਰਦੇ, ਉਦੋਂ ਟਿਕਿਆ ਹੁੰਦਾ ਹੈ। ਉਸ ਵਕਤ ਕੁਛ ਵੀ ਤੁਸੀਂ ਜਿਹੜਾ ਹੈ ਆਪਣੇ ਗੋਲ ਨੂੰ ਮੈਨੀਫੈਸਟ ਕਰ ਸਕਦੇ ਹੋ, ਜੋ ਵੀ ਤੁਹਾਨੂੰ ਚਾਹੀਦਾ ਹੈ। ਸੋ ਫਿਰ ਕੀ ਕਰੋ? ਮਤਲਬ ਤੁਸੀਂ 68 ਸੈਕਿੰਡ ਉਸ ਆਪਣੇ ਗੋਲ ਦੇ ਉੱਤੇ ਮੈਨੀਫੈਸਟ ਕੀਤਾ, ਵਿਜ਼ੂਅਲਾਈਜ਼ ਕੀਤਾ, ਇੱਕੋ ਹੀ ਥਾਟ ਦੇ ਉੱਤੇ ਜਿਹੜਾ ਵੀ ਤੁਸੀਂ ਚਾਹੁੰਦੇ ਹੋ। ਉਸ ਤੋਂ ਬਾਅਦ ਫਿਰ ਉਹਨੂੰ ਯੂਨੀਵਰਸ ਦੇ ਵਿੱਚ ਛੱਡ ਦਿਓ ਵੀ ਹੁਣ ਕਹਿ ਦਿੱਤਾ ਹੈ ਯੂਨੀਵਰਸ ਕੋਲ ਤੇ ਇਹ ਹੋ ਗਿਆ, ਬਸ। ਬਹੁਤਾ ਜ਼ਿਆਦਾ ਨਹੀਂ। ਫਿਰ ਅਗਲਾ ਹੈਗਾ ਆ H2O ਟੈਕਨੀਕ, ਪਾਣੀ ਦੀ ਟੈਕਨੀਕ। ਇਹ ਵੀ ਡਾਕਟਰ ਐਮੋਟੋ ਨੇ, ਜੈਪਨੀਜ਼ ਨੇ ਸਾਇੰਟਿਸਟ ਆ, ਡਾਕਟਰ ਮਸਾਰੂ, ਇਹਨਾਂ ਨੇ ਕੀਤਾ ਸੀ ਕੰਮ ਇਹਦੇ ਉੱਤੇ, ਪਾਣੀ ਦੇ ਉੱਤੇ। ਤੇ ਅੱਜ ਤਾਂ ਬਹੁਤ ਇਹਦੇ ਉੱਤੇ ਕੰਮ ਹੋ ਰਿਹਾ ਹੈ। ਔਰ ਸਾਨੂੰ ਵੈਸੇ ਵੀ ਪਤਾ ਹੋਵੇ, ਅੱਗੇ ਜਿੰਨੇ ਵੀ ਧਾਰਮਿਕ ਸਥਾਨ ਹੁੰਦੇ ਸੀ, ਕੋਲ ਸਰੋਵਰ, ਤਲਾਬ, ਉਹ ਜ਼ਰੂਰ ਰੱਖਦੇ ਸੀ। ਉੱਥੇ ਕੀ ਬਣਾਉਣਾ ਧਾਰਮਿਕ ਸਥਾਨ? ਆਪਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਤਾਂ ਹੈ ਹੀ ਸਰੋਵਰ ਦੇ ਵਿੱਚ ਆ। ਸੋ ਅੱਗੇ ਕਿੰਨੀ ਮਾਨਤਾ ਹੁੰਦੀ ਸੀ ਵੀ ਉੱਥੋਂ ਦਾ ਉਹ ਜਲ ਲੈ ਆਈਏ ਤਾਂ ਉਹਦੇ ਵਿੱਚ ਕਿੰਨੀ ਪਾਵਰ ਆ। ਅੱਜ ਸਾਇੰਸ ਦੱਸ ਰਹੀ ਹੈ ਕਿ ਪਾਣੀ ਸਭ ਤੋਂ ਜ਼ਿਆਦਾ ਉਹਦੀ ਮੈਮਰੀ, ਉਹ ਕੈਚ ਕਰ ਲੈਂਦਾ ਉਹ ਚੀਜ਼। ਜੋ ਵੀ ਤੁਹਾਡੀਆਂ ਫੀਲਿੰਗਸ ਨੇ, ਜੋ ਵੀ ਤੁਹਾਡੀ ਇੰਟੈਂਸ਼ਨ ਆ, ਪਾਣੀ ਕੈਚ ਕਰਦਾ। ਫਿਰ ਇਹਨਾਂ ਨੇ ਟੈਕਨੀਕ ਕੀ ਦੱਸੀ ਹੈ? ਕਹਿੰਦੇ ਤੁਸੀਂ ਗਲਾਸ 'ਚ ਪਾਣੀ ਲਓ, ਉਹਦੇ ਵਿੱਚ ਦੇਖੋ, ਤੇ ਜੋ ਵੀ ਤੁਸੀਂ ਚਾਹੁੰਦੇ ਹੋ ਤਾਂ ਉਹਨੂੰ ਬੋਲ ਕੇ ਤੁਸੀਂ ਉਹਦੇ 'ਚ ਬੋਲੋ, ਫਿਰ ਆਪੇ ਪਾਣੀ ਪੀ ਲਓ। ਜੇ ਆਪਣੇ ਲਈ ਕਰਨਾ, ਬੱਚੇ ਲਈ ਕਰਨਾ, ਪਤੀ ਲਈ ਕਰਨਾ, ਕਿਸੇ ਦਾ ਨਸ਼ਾ ਛੁਡਾਉਣਾ, ਤਾਂ ਉਹ ਪਾਣੀ ਦੇ ਵਿੱਚ ਇੰਟੈਂਸ਼ਨ ਪਾਓ ਵੀ ਇਹ ਪਾਣੀ ਦੇ ਨਾਲ ਜਿਹੜਾ ਉਹਨੇ ਬਿਲਕੁਲ ਤੰਦਰੁਸਤ ਹੋ ਜਾਣਾ, ਉਹਦੀ ਸੋਚ ਬੜੀ ਅੱਛੀ ਹੋ ਜਾਣੀ, ਜੋ ਵੀ ਤੁਸੀਂ ਚਾਹੁੰਦੇ ਹੋ ਉਹਦਾ। ਸੋ ਨੈਗੇਟਿਵ ਥਾਟ ਨਹੀਂ ਪਾਣਾ। ਤੰਦਰੁਸਤੀ ਚਾਹੁੰਦੇ ਹੋ, ਘਰ 'ਚ ਬਰਕਤ ਵੀ ਚਾਹੁੰਦੇ ਹੋ, ਤਾਂ ਵੀ ਉਹ ਕਹਿੰਦੇ ਪਾਣੀ ਦੇ ਵਿੱਚ ਤੁਸੀਂ ਕਹੋ ਵੀ ਮੇਰੇ ਘਰ 'ਚ ਤਾਂ ਖੁੱਲੇ ਭੰਡਾਰੇ ਆ, ਖੁੱਲੀਆਂ ਬਰਕਤਾਂ ਨੇ, ਅਬੰਡੈਂਸ ਆ। ਤਾਂ ਅਬੰਡੈਂਸ ਅਟਰੈਕਟ ਹੋਣ ਲੱਗ ਜਾਏਗਾ ਪਾਣੀ ਦੇ ਨਾਲ, ਜੋ ਵੀ ਤੁਸੀਂ ਕਰ ਸਕਦੇ ਹੋ। ਸੋ 3rd ਆਈ ਟੈਕਨੀਕ ਹੈਗੀ ਹੈ। ਇਹਦੇ ਵਿੱਚ ਅੱਖਾਂ ਬੰਦ ਕਰਕੇ 3rd ਆਈ ਦੇ ਉੱਤੇ ਤੁਸੀਂ ਵਿਜ਼ੂਅਲਾਈਜ਼ ਕਰਨਾ ਜੋ ਵੀ ਤੁਸੀਂ ਚਾਹੁੰਦੇ ਹੋ। ਸੋ ਜਿਹੜੇ ਵਾਹਿਗੁਰੂ ਜੀ ਨੂੰ ਪ੍ਰੇਮ ਕਰਦੇ ਨੇ, ਉਹ ਫਿਰ ਇੱਥੇ ਕੀ ਤੁਸੀਂ ਫੋਕਸ ਕਰੋਗੇ? ਇੱਥੇ ਤੁਸੀਂ ਫੋਕਸ ਕਰੋ ਕਿ ਵਾਹਿਗੁਰੂ ਜੀ ਆ ਕੇ ਮੈਨੂੰ ਸਪਰਸ਼ ਕਰ ਰਿਹਾ, ਮੈਨੂੰ ਛੂਹ ਰਿਹਾ, ਮੈਨੂੰ ਆਪਣਾ ਪ੍ਰੇਮ ਦੇ ਰਿਹਾ, ਮੈਨੂੰ ਆਪਣੇ ਰੰਗ ਵਿੱਚ ਰੰਗ ਰਿਹਾ। ਇੰਜੋਏ ਕਰੀ ਜਾਓਗੇ। ਫਿਰ ਇੱਕ ਮਤਲਬ 2, 3, 5 ਮਿੰਟ ਨਹੀਂ, ਪਤਾ ਹੀ ਨਹੀਂ ਕਿੰਨਾ ਟਾਈਮ ਲੱਗ ਜਾਣਾ ਇਹਦੇ ਵਿੱਚ ਹੀ। ਐਨ ਮਜ਼ੇ ਕਰੂੰਗੇ, ਮੌਜਾਂ ਲੁੱਟੂੰਗੇ। ਲੁੱਟ ਲਿਓ, ਬਹੁਤ ਅੱਛਾ ਲੱਗਦਾ। ਸੋ ਨਾਲ ਫਿਰ ਥੈਂਕ ਯੂ ਜ਼ਰੂਰ ਕਹਿਣਾ, ਸ਼ੁਕਰਾਨਾ ਐਡਵਾਂਸ ਦੇ ਵਿੱਚ ਹੀ, ਕਿਉਂਕਿ ਉਹ ਕਹਿੰਦੇ ਇਹਨੂੰ ਮੰਨ ਕੇ ਚੱਲਣਾ ਵੀ ਇਹ ਹੋ ਗਿਆ। ਤੇ ਹੁਣ ਜਿਹੜੇ ਸਟੈਪਸ ਦੱਸੇ ਨੇ ਸੰਗਤ ਜੀ, ਉਹ ਦੇਖੋ। ਸਭ ਤੋਂ ਪਹਿਲਾਂ ਕਹਿੰਦੇ ਅੰਡਰਸਟੈਂਡ ਯੋਰਸੈਲਫ, ਆਪਣੇ ਆਪ ਨੂੰ ਸਮਝੋ। ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਕੋਲ ਕੀ ਹੈ ਔਰ ਕੀ ਨਹੀਂ ਹੈ, ਲੈਕ ਕਿਹੜੀਆਂ ਚੀਜ਼ਾਂ ਦਾ ਉਹ ਵੀ ਦੇਖੋ, ਔਰ ਕੀ ਤੁਹਾਡੇ ਕੋਲ ਹੈ ਵੀ ਦੇਖੋ। ਹੁਣ ਜਿਹੜੀ ਚੀਜ਼ ਕਮੀ ਹੈ, ਤੁਸੀਂ ਅਗਰ ਉਹ ਚਾਹੁੰਦੇ ਹੋ ਮੈਨੀਫੈਸਟ ਕਰਨਾ, ਉਹਦੇ ਬਾਰੇ ਪੂਰਾ ਦੇਖੋ ਵੀ ਅਗਰ ਉਹ ਤੁਹਾਨੂੰ ਮਿਲ ਗਈ ਫਿਰ ਤੁਹਾਡੀ ਲਾਈਫ ਕਿਹੋ ਜਿਹੀ ਹੋਵੇਗੀ। ਕਿਉਂਕਿ ਕਈ ਵਾਰ ਸਾਡੀ ਡਿਮਾਂਡ ਵੀ ਗਲਤ ਹੁੰਦੀ, ਸਾਡੀ ਮੰਗ ਵੀ ਗਲਤ ਹੁੰਦੀ ਹੈ। ਉਹਦਾ ਪੂਰਾ ਪਹਿਲੂ ਸੋਚ ਵਿਚਾਰ ਲੈਣਾ। ਕਈ ਵਾਰ ਏਦਾਂ ਦੇ ਦੋਸਤ ਨੂੰ ਅਸੀਂ ਚਾਹੁੰਦੇ ਹੁੰਦੇ ਹਾਂ ਜਿਹਦੀਆਂ ਆਦਤਾਂ ਹੀ ਨਹੀਂ ਅੱਛੀਆਂ, ਉਹਨੂੰ ਮੈਨੀਫੈਸਟ ਕਰਨ ਲੱਗ ਜਾਂਦੇ, ਲੜਕਾ ਜਾਂ ਲੜਕੀ ਕਿਸੇ ਨੂੰ ਵੀ। ਸੋ ਉਹ ਦੇਖੋ ਵੀ ਅਗਰ ਉਹ ਮਿਲ ਗਿਆ, ਉਹ ਤੋਂ ਬਾਅਦ ਤੁਹਾਡੀ ਸਾਰੀ ਜਿਹੜਾ এনवायरमेंट ਕਿਹੋ ਜਿਹਾ ਹੋਵੇਗਾ, ਤੁਹਾਡੀ ਲਾਈਫ ਸਟਾਈਲ ਕਿਹੋ ਜਿਹਾ ਹੋ ਜਾਏਗਾ, ਇਹ ਸਾਰੀ ਚੀਜ਼ ਪਹਿਲਾਂ ਦੇਖੋ, ਤਾਂ ਕਿ ਆਪਣੇ ਗੋਲ ਨੂੰ ਪਰਖ ਲਓ ਵੀ ਉਹ ਮਿਲ ਜਾਏਗਾ ਤਾਂ ਫਿਰ ਮੇਰੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਤਾਂ ਨੈਕਸਟ ਸਟੈਪ ਅਗਲਾ ਉਹ ਕਹਿੰਦੇ ਨੇ ਵੀ ਜਿਹੜਾ ਰਿਮੂਵ ਸੈਲਫ ਡਾਊਟ।
ਹੁਣ ਜਿਹੜੇ ਸੈਲਫ ਡਾਊਟ ਨੇ, ਸ਼ੱਕ ਆ ਤੁਹਾਨੂੰ ਆਪਣੇ ਉੱਤੇ ਨਹੀਂ ਹੋ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਕੱਢੋ ਆਪਣੇ ਵਿੱਚੋਂ ਬਾਹਰ। ਇਹਦੇ ਲਈ ਵੀ ਇਹਨਾਂ ਨੇ ਸਟੈਪਸ ਦੱਸੇ ਨੇ ਵੀ ਇਹ ਸੈਲਫ ਡਾਊਟ ਜਿਹੜੇ ਆ ਤੁਸੀਂ ਕਿਵੇਂ ਕੱਢ ਸਕਦੇ ਹੋ। ਇਹਦੇ ਲਈ ਕਿਹਾ ਕਿ ਪਹਿਲਾਂ ਤਾਂ ਤੁਸੀਂ ਆਪਣੇ ਦੋਸਤ ਬਣੋ ਸਭ ਤੋਂ ਪਹਿਲਾਂ, ਕਿਉਂਕਿ ਸਾਡੀ ਨੇਚਰ ਬਣੀ ਹੋਈ ਹੈ ਆਪਣੇ ਆਪ ਤੇ ਡਾਊਟ ਆਉਂਦੇ ਆ ਵੀ ਨਹੀਂ ਮੈਂ ਨਹੀਂ ਕਰ ਸਕਦਾ, ਘਬਰਾਹਟ ਵੀ ਆਉਂਦੀ, ਡਰ ਵੀ ਲੱਗਦਾ, ਭਾਵੇਂ ਤੁਸੀਂ ਮੈਨੀਫੈਸਟ ਕਰ ਰਹੇ ਹੋ ਫਿਰ ਵੀ ਨੈਗੇਟਿਵਿਟੀ ਆ ਜਾਂਦੀ। ਫਿਰ ਆਪਣੇ ਦੋਸਤ ਬਣ ਕੇ ਜਿਵੇਂ ਆਪਣੇ ਫਰੈਂਡ ਨੂੰ ਤੁਸੀਂ ਮੋਟੀਵੇਟ ਕਰਦੇ ਹੋ ਉਵੇਂ ਆਪਣੇ ਆਪ ਨੂੰ ਕਰੋ, ਨਹੀਂ ਤੂੰ ਕਰ ਸਕਦਾ, ਇਹ ਇੰਨਾ ਅੱਛਾ ਸਿਧਾਂਤ ਆ, ਇਹ ਤੇਰੀ ਜ਼ਿੰਦਗੀ ਵਿੱਚ ਹੋਣਾ ਹੀ ਹੋਣਾ ਹੈ। ਇਹ ਪਹਿਲਾ ਸਟੈਪ ਹੈ। ਦੂਸਰਾ ਉਹ ਕਹਿੰਦੇ ਆ ਵੀ ਇਸ ਚੀਜ਼ ਨੂੰ ਵੀ ਰਿਅਲਾਈਜ਼ ਕਰੋ ਇਹ ਨਾਰਮਲ ਆ, ਅਗਰ ਤੁਹਾਨੂੰ ਵਿੱਚ ਨੈਗੇਟਿਵ ਥਾਟਸ ਵੀ ਆ ਜਾਂਦੇ ਆ, ਬਹੁਤਾ ਡਰੋ ਨਾ। ਹੁਣ ਇਹ ਨਾ ਸੋਚੋ ਵੀ ਸ਼ਾਇਦ ਹੋਣਾ ਹੀ ਨਹੀਂ ਹੈ, ਇਹ ਨਾਰਮਲ ਆ ਕਿਉਂਕਿ ਸਾਡੀ ਨੇਚਰ ਬਣੀ ਹੋਈ ਹੈ, ਔਰ ਜ਼ਿਆਦਾ ਉੱਤੇ ਫੋਕਸ ਨਾ ਕਰੋ। ਤੀਸਰਾ ਕੀ ਕਰੋ ਵੀ ਜਦੋਂ ਵੀ ਤੁਹਾਡਾ ਤੁਸੀਂ ਟੌਕਸਿਕ ਹੋ ਗਏ ਹੋ, ਨੈਗੇਟਿਵਿਟੀ ਨੇ ਘੇਰ ਲਿਆ ਤੁਹਾਨੂੰ, ਉਸੇ ਵੇਲੇ ਉਹਨੂੰ ਫੁੱਲ ਸਟਾਪ ਲਗਾਉਣਾ ਸਿੱਖੋ, ਨਿਕਲ ਆਓ ਉਹਦੇ ਵਿੱਚੋਂ ਬਾਹਰ। ਕਿਉਂਕਿ ਜ਼ਿਆਦਾ ਟਾਈਮ ਅਗਰ ਨੈਗੇਟਿਵਿਟੀ ਵਿੱਚ ਹੋ ਤਾਂ ਫਿਰ ਤੁਸੀਂ ਉਹੀ ਚੀਜ਼ ਅਟਰੈਕਟ ਕਰ ਰਹੇ ਹੋ, ਉਹੀ ਮੈਨੀਫੈਸਟ ਕਰ ਰਹੇ ਹੋ। ਫਿਰ ਉਹਦੇ ਵਿੱਚੋਂ ਕਹਿੰਦੇ ਨਿਕਲਣਾ ਸਿੱਖੋ, ਇਹ ਬਹੁਤ ਜ਼ਰੂਰੀ ਹੈ। ਉਹਦੇ ਲਈ ਫਿਰ ਤੁਸੀਂ ਕੀ ਕਰੋ, ਮਾਈਂਡਫੁਲਨੈਸ ਮੈਡੀਟੇਸ਼ਨ ਕਰੋ, ਬ੍ਰੈਥ ਦੇ ਉੱਤੇ ਫੋਕਸ ਕਰੋ, ਜਾਂ ਆਪ ਇੰਟੈਂਸ਼ਨਲੀ ਲੌਂਗ ਡੀਪ ਬ੍ਰੈਥ ਇਨ ਐਂਡ ਆਊਟ ਲੈ ਕੇ ਜਾਓ ਤਾਂ ਕਿ ਥਾਟਸ ਨਾਲ ਤੁਸੀਂ ਇਕੱਠ ਹੋ ਜਾਓ, ਜਿਹੜੇ ਨੈਗੇਟਿਵ ਥਾਟਸ ਆ ਰਹੇ ਨੇ ਉਹਦੇ ਵਿੱਚ ਕਰਕੇ ਫਿਰ ਉਹੀ ਮੈਨੀਫੈਸਟ ਕਰੋ, ਉਹੀ ਪਾਵਰਫੁਲ ਥਾਟਸ ਜਿਹੜੇ ਨੇ ਤੁਸੀਂ ਦਿਓ। ਅਗਲਾ ਇਹ ਕਹਿੰਦੇ ਨੇ ਵੀ ਤੁਸੀਂ ਪਾਸਟ ਅਚੀਵਮੈਂਟਸ ਨੂੰ ਰਿਮੈਂਬਰ ਕਰੋ। ਜ਼ਿੰਦਗੀ ਵਿੱਚ ਜਦੋਂ ਵੀ ਕੁਝ ਅੱਛਾ ਹੋਇਆ ਸੀ, ਕੁਝ ਤੁਸੀਂ ਗੋਲ ਅਚੀਵ ਕੀਤਾ ਸੀ, ਕੋਈ ਖੁਸ਼ੀ ਦੇ ਪਲ ਆਏ ਸੀ, ਕੋਈ ਸੁਖਦਾਇਕ ਟਾਈਮ ਆਇਆ ਸੀ, ਕੋਈ ਵੀ ਛੋਟਾ ਵੀ ਤੁਸੀਂ ਕੁਝ ਅਚੀਵ ਕੀਤਾ ਸੀ, ਉਹਨਾਂ ਨੂੰ ਯਾਦ ਕਰੋ। ਉਹਦੇ ਨਾਲ ਕੀ ਹੁੰਦਾ, ਤੁਸੀਂ ਪੋਜ਼ਿਟਿਵਿਟੀ ਨੂੰ ਅਟਰੈਕਟ ਕਰ ਰਹੇ ਹੋ ਔਰ ਤੁਹਾਡੇ 'ਚ ਕੌਨਫੀਡੈਂਸ ਆ ਜਾਂਦਾ, ਹਾਂ ਉਦੋਂ ਵੀ ਕੀਤਾ ਸੀ ਹੁਣ ਵੀ ਕਰ ਸਕਦੇ ਹਾਂ, ਵੀ ਜ਼ਿੰਦਗੀ ਵਿੱਚ ਮੈਨੂੰ ਮਿਲੀਆਂ ਸੀ ਕਾਮਯਾਬੀਆਂ, ਹੁਣ ਵੀ ਮੈਨੂੰ ਮਿਲ ਸਕਦੀ ਹੈ। ਫਿਰ ਤੁਸੀਂ ਇਸ ਤਰ੍ਹਾਂ ਆ ਜਾਓਗੇ। ਫਿਰ ਉਹ ਕਹਿੰਦੇ ਨੇ ਵੀ ਉਹਨਾਂ ਲੋਕਾਂ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰੋ ਜਿਹੜੇ ਤੁਹਾਨੂੰ ਸਪੋਰਟ ਕਰਦੇ ਨੇ, ਜਿਹੜੇ ਸਪੋਰਟਿਵ ਨੇ। ਉਹਨਾਂ ਤੋਂ ਆਈਸੋਲੇਟ ਕਰ ਲਓ ਜਿਹੜੇ ਤੁਹਾਨੂੰ ਨੈਗੇਟਿਵ ਕਰਦੇ ਨੇ ਜਾਂ ਜਿਹੜੇ ਤੁਹਾਡੇ ਲਈ ਯੂਜ਼ਫੁਲ ਨਹੀਂ ਹੈਗੇ। ਬਹੁਤ ਕਹਿੰਦੇ ਇਦਾਂ ਕਿਵੇਂ ਹੋ ਜਾਣਾ, ਲੈ ਤੂੰ ਕਿਤੋਂ ਤਾਂ ਇਦਾਂ, ਜਿਹੜੇ ਤੁਹਾਡਾ ਫੇਲੀਅਰ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਕੋਲੋਂ ਆਈਸੋਲੇਟ ਕਰ ਲਓ ਆਪਣੇ ਆਪ ਨੂੰ। ਫਿਰ ਅਗਲਾ ਇਹ ਕਹਿੰਦੇ ਨੇ ਵੀ ਸੁਣੋ ਉਹ ਚੀਜ਼ਾਂ, ਪੜ੍ਹੋ ਉਹ ਚੀਜ਼ਾਂ, ਦੇਖੋ ਉਹ ਚੀਜ਼ਾਂ, ਗੱਲਾਂ ਉਹੋ ਜਿਹੀਆਂ ਹੀ ਕਰੋ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ। ਇਹ ਸਾਰਾ ਜਿਹੜੇ ਸੈਲਫ ਡਾਊਟ ਦੂਰ ਕਰਨ ਦੇ ਲਈ ਜਿਹੜਾ ਸਾਡਾ ਸੈਕੰਡ ਸਟੈਪ ਸੀਗਾ ਨਾ, ਕਹਿੰਦੇ ਰਿਮੂਵ ਸੈਲਫ ਡਾਊਟਸ, ਉਹਦੀਆਂ ਉਹ ਚੀਜ਼ਾਂ ਦੱਸੀਆਂ ਵੀ ਇਵੇਂ ਇਹਨਾਂ ਨੂੰ ਅਸੀਂ ਕੱਢ ਸਕਦੇ ਹਾਂ। ਅਗਲਾ ਪੁਆਇੰਟ ਇਹ ਕਹਿੰਦੇ ਨੇ ਵੀ ਬੀ ਕਲੀਅਰ ਅਬਾਊਟ ਵਾਟ ਯੂ ਵਾਂਟ। ਹੁਣ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵੀ ਤੁਸੀਂ ਜਿਹੜੇ ਇੰਨੀਆਂ ਪਹਿਲਾਂ ਲਿਸਟ ਬਣਾ ਲਓ, ਆ ਚਾਹੀਦਾ, ਉਹਦੇ ਵਿੱਚੋਂ ਇੱਕ ਗੋਲ ਨੂੰ ਸਾਹਮਣੇ ਰੱਖੋ, ਕਲੀਅਰ ਕਰ ਲਓ ਵੀ ਪਹਿਲਾਂ ਤੁਹਾਨੂੰ ਕੀ ਚਾਹੀਦਾ, ਤਾਂ ਕਿ ਉਹੀ ਤੁਸੀਂ ਮੈਨੀਫੈਸਟ ਕਰ ਪਾਓ। ਫਿਰ ਉਹ ਕਹਿੰਦੇ ਨੇ ਵੀ ਹੁਣ ਇਹਨੂੰ ਆਪਣੇ ਅਗਲਾ ਸਟੈਪ ਹੈਗਾ ਗੈਟ ਯੂਰ ਆਸਕ ਆਊਟ ਦੇਅਰ। ਹੁਣ ਜੋ ਵੀ ਤੁਸੀਂ ਚਾਹੁੰਦੇ ਹੋ ਇਹ ਪ੍ਰੇਅਰ ਕਰ ਸਕਦੇ ਹੋ ਤੁਸੀਂ, ਇਹ ਯੂਨੀਵਰਸ ਨੂੰ ਦੇ ਦਿਓ ਤਾਂ ਕਿ ਉਹ ਤੁਹਾਡੀ ਮੈਨੀਫੈਸਟੇਸ਼ਨ ਹੋ ਜਾਵੇ, ਉਹ ਤੁਹਾਡਾ ਪੂਰਾ ਕਰ ਦੇਵੇ, ਫੁੱਲਫਿਲ ਕਰ ਦੇਵੇ ਯੂਨੀਵਰਸ ਤੁਹਾਡੀ ਜੋ ਵੀ ਤੁਹਾਡਾ ਗੋਲ ਹੈਗਾ। ਅਗਲਾ ਕਹਿੰਦੇ ਮੇਕ ਕੰਸਿਸਟੈਂਟ ਐਫਰਟਸ। ਹੁਣ ਇਹ ਨਹੀਂ ਵੀ ਕੁਝ ਕਰਨਾ ਹੀ ਨਹੀਂ ਉਹਦੇ ਲਈ, ਮਤਲਬ ਚਾਹੁੰਦੇ ਆ ਤਾਂ ਅਸੀਂ ਸਾਡੇ ਏ ਗ੍ਰੇਡ ਆ ਜਾਵੇ ਤਾਂ ਉਹਦੇ ਲਈ ਪੜ੍ਹੀਏ ਹੈ ਹੀ ਨਾ, ਸਿਰਫ ਮੈਨੀਫੈਸਟ ਕਰੀ ਜਾਈਏ, ਨਹੀਂ ਉਹਦੇ ਲਈ ਫਿਰ ਮਿਹਨਤ ਵੀ ਕਰਨੀ ਹੈ। ਅੱਛੀ ਜੌਬ ਚਾਹੁੰਦੇ ਹੋ ਉਹਦੇ ਲਈ ਮਿਹਨਤ ਕਰਨੀ ਹੈ, ਅਗਰ ਫਿਟਨੈਸ ਚਾਹੀਦੀ ਹੈ ਤਾਂ ਉਹਦੇ ਲਈ ਐਕਸਰਸਾਈਜ਼ਸ, ਹੈਲਥੀ ਡਾਈਟ, ਇਹ ਵੀ ਨਾਲ ਫਿਰ ਮਿਹਨਤ ਵੀ ਕਰੋ ਜੋ ਤੁਸੀਂ ਕਰ ਸਕਦੇ ਹੋ, ਔਰ ਲੰਬਾ ਮਿਹਨਤ ਕਰੋ, ਘਬਰਾਓ ਨਾ। ਤੇ ਅਗਲਾ ਇਹ ਕਹਿੰਦੇ ਨੇ ਬਲੀਵ ਇਨ ਯੋਰਸੈਲਫ, ਆਪਣੇ ਆਪ ਦੇ ਉੱਤੇ ਵਿਸ਼ਵਾਸ ਰੱਖੋ, ਤੁਸੀਂ ਕਰ ਸਕਦੇ ਹੋ। ਜੇ ਦੁਨੀਆ ਦਾ ਕੋਈ ਵੀ ਬੰਦਾ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ, ਤੁਹਾਡੇ ਵਿੱਚ ਵੀ ਉਨੀ ਹੀ ਸ਼ਕਤੀ ਹੈ, ਉਨੀ ਹੀ ਪਾਵਰ ਹੈ, ਤੁਸੀਂ ਕਰ ਸਕਦੇ ਹੋ। ਤੇ ਅਗਲਾ ਇਹ ਕਹਿੰਦੇ ਨੇ ਕਿ ਪ੍ਰੈਕਟਿਸ ਪੋਜ਼ਿਟਿਵ ਅਫਰਮੇਸ਼ਨਸ। ਸੋ ਪੋਜ਼ਿਟਿਵ ਅਫਰਮੇਸ਼ਨਸ ਦੀ ਪ੍ਰੈਕਟਿਸ ਕਰੋ। ਸੋ ਪਹਿਰਾ ਦਿਓ ਆਪਣੇ ਮਨ ਦੇ ਉੱਤੇ, ਨੈਗੇਟਿਵ ਥਾਟਸ ਜਿਹੜੇ ਨੇ ਉਹਨਾਂ ਨੂੰ ਨੇੜੇ ਵੀ ਨਹੀਂ ਆਉਣ ਦੇਣਾ, ਆ ਗਏ ਨੇ ਤਾਂ ਉਸੇ ਵੇਲੇ ਉਹਨੂੰ ਕਹਿੰਦੇ ਨੇ 3 ਵਾਰ ਕਹੋ ਕੈਂਸਲ ਕੈਂਸਲ ਕੈਂਸਲ, ਤਾਂ ਕਿ ਉਹ ਨਿਕਲ ਜਾਵੇ ਚੰਗੀ ਤਰ੍ਹਾਂ।
ਇਸ ਤਰ੍ਹਾਂ ਹੱਥ ਹਿਲਾ ਕੇ ਕੈਂਸਲ ਕੈਂਸਲ ਕੈਂਸਲ, ਤਾਂ ਕਿ ਉਹ ਨਿਕਲ ਜਾਵੇ ਅੰਦਰੋਂ। ਫਿਰ ਉਹਦੀ ਜਗ੍ਹਾ ਪੋਜ਼ਿਟਿਵ, ਹਾਂ ਉਹ ਸੰਗਤ ਕਰਨ ਲੱਗ ਗਈ ਇਸ ਤਰ੍ਹਾਂ, ਯੈਸ ਗੁੱਡ। ਤੇ ਉਹ ਫਿਰ ਨਾਲ ਹੀ ਫਿਰ ਤੁਸੀਂ ਜਿਹੜਾ ਉਹਨੂੰ ਪੋਜ਼ਿਟਿਵ ਅਫਰਮੇਸ਼ਨ ਦੇ ਵਿੱਚ ਆਪਣੇ ਆਪ ਨੂੰ ਲੈ ਆਓ। ਅਗਲਾ ਸਟੈਪ ਇਹ ਕਹਿੰਦੇ ਨੇ ਕਿ ਐਕਨੋਲੇਜ ਐਂਡ ਐਪਰੀਸ਼ੀਏਟ ਸਮਾਲ ਵਿਨਸ। ਵੀ ਜੋ ਜ਼ਿੰਦਗੀ ਵਿੱਚ ਤੁਹਾਨੂੰ ਮਿਲਿਆ ਹੋਇਆ, ਚਾਹੇ ਛੋਟੀ ਤੋਂ ਛੋਟੀ ਚੀਜ਼ ਵੀ ਮਿਲੀ ਹੋਈ, ਪਹਿਲਾਂ ਉਹਦਾ ਤਾਂ ਸ਼ੁਕਰਾਨਾ ਕਰੋ। ਔਰ ਉਹ ਕਹਿੰਦੇ ਜਦੋਂ ਤੁਸੀਂ ਸ਼ੁਕਰਾਨਾ ਕਰਨ ਵੱਲ ਲੱਗ ਗਏ ਨਾ, ਤੁਸੀਂ ਹੈਰਾਨ ਰਹਿ ਜਾਓਗੇ, ਕਾਊਂਟਲੈਸ ਬਲੈਸਿੰਗਸ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ, ਪਹਿਲਾਂ ਹੀ ਇੰਨੀਆਂ ਨੇ ਬਲੈਸਿੰਗਸ। ਕਿਉਂਕਿ ਅਸੀਂ ਲੈਕ ਵੱਲ ਜ਼ਿਆਦਾ ਦੇਖਦੇ ਹਾਂ, ਇਸ ਕਰਕੇ ਨੈਗੇਟਿਵ ਹੋਏ ਰਹਿੰਦੇ ਹਾਂ। ਇੰਨਾ ਕੁਝ ਮਿਲਿਆ ਹੋਇਆ, ਜਦੋਂ ਤੁਸੀਂ ਉਹਦਾ ਸ਼ੁਕਰਾਨਾ ਹੀ ਕਰਨ ਲੱਗ ਜਾਂਦੇ ਆ, ਫਿਰ ਵੀ ਤੁਸੀਂ ਪੋਜ਼ਿਟਿਵ ਰਹਿੰਦੇ ਹੋ, ਖੁਸ਼ ਰਹਿੰਦੇ ਹੋ, ਔਰ ਫਿਰ ਜੋ ਵੀ ਤੁਸੀਂ ਮੈਨੀਫੈਸਟ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਗ੍ਰੈਟੀਟਿਊਡ ਵਾਲਾ ਹੀ ਸਭ ਤੋਂ ਵਧੀਆ ਮੈਨੀਫੈਸਟ ਕਰ ਸਕਦਾ ਅੱਛਾ ਆਪਣੇ ਜੀਵਨ ਦੇ ਵਿੱਚ। ਉਹੀ ਖੁਸ਼ ਰਹਿ ਸਕਦਾ, ਉਹੀ ਹੈਲਥੀ ਰਹਿ ਸਕਦਾ। ਇਹ ਰਿਸਰਚਸ ਕਹਿ ਰਹੀਆਂ ਨੇ ਸੰਗਤ। ਸੋ ਗੁਰਬਾਣੀ ਵਿੱਚ ਤਾਂ ਕਿੰਨਾ ਸਾਨੂੰ ਸ਼ੁਕਰਾਨਾ ਕਰਨਾ ਸਿਖਾਇਆ। ਉਹ ਸਿੱਖ ਤਾਂ ਆਪਣੀ ਅਰਦਾਸ ਵੀ ਪਹਿਲਾਂ ਹੀ ਪਰਮਾਤਮਾ ਦੇ ਸ਼ੁਕਰਾਨੇ ਦੀ ਕਰਦਾ। ਵਾਹਿਗੁਰੂ ਜੀ ਤੁਸੀਂ ਨਾਮ ਜਪਾਇਆ, ਤੁਹਾਡੇ ਭਾਣੇ ਵਿੱਚ ਦਿਨ ਸੁੱਖਾਂ ਦਾ ਬਤੀਤ ਹੋਇਆ, ਤੁਹਾਡੇ ਭਾਣੇ ਵਿੱਚ ਹੀ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ, ਪਹਿਲਾਂ ਹੀ ਸ਼ੁਕਰਾਨਾ ਕਰ ਕਰਕੇ। ਸੋ ਸਾਡੇ ਕੋਲ ਪਹਿਲਾਂ ਹੀ ਸਿਧਾਂਤ ਹੈ ਕਿ ਸੰਗਤ ਜੀ। ਹੁਣ ਗੁਰਬਾਣੀ ਕੀ ਕਹਿੰਦੀ, ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੇਤ। ਮੈਨੀਫੈਸਟੇਸ਼ਨ ਵਾਲੀ ਆ ਗਈ ਨਾ ਗੱਲ, ਕਿ ਤੁਹਾਨੂੰ ਉਹੀ ਮਿਲਣਾ, ਉਹੀ ਵਸਤ ਪ੍ਰਾਪਤ ਹੋਣੀ ਹੈ ਜਿਹਦੇ ਨਾਲ ਤੁਸੀਂ ਚਿੱਤ ਲਾਇਆ ਹੋਇਆ। ਹੋਰ ਗੁਰਬਾਣੀ ਕਹਿੰਦੀ ਹੈ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਜਿਹਦੇ ਨਾਲ ਮਨ ਲਾਇਆ ਉਹ ਤੁਸੀਂ ਮਿਲ ਜਾਣਾ ਉਹ ਤੁਹਾਨੂੰ। ਜੈਸਾ ਸੇਵੈ ਤੈਸਾ ਹੋਏ। ਅੱਜ ਸਾਇੰਸ ਰਿਸਰਚਸ ਕਰ ਕਰਕੇ ਦੱਸ ਰਹੀ ਹੈ, ਲੇਕਿਨ ਗੁਰੂ ਮਹਾਰਾਜ ਨੇ ਪਹਿਲਾਂ ਹੀ ਸਾਨੂੰ ਇਹ ਸਿਧਾਂਤ, ਮੈਨੀਫੈਸਟੇਸ਼ਨ ਦਾ ਸਿਧਾਂਤ, ਲਾਅ ਆਫ ਅਟਰੈਕਸ਼ਨ ਦਾ ਸਿਧਾਂਤ ਗੁਰਬਾਣੀ ਵਿੱਚ ਸਾਨੂੰ ਦਿੱਤਾ ਹੋਇਆ। ਹੁਣ ਇਹ ਸਾਡੇ ਉੱਤੇ ਹੈ, ਅਸੀਂ ਕਿਹੋ ਜਿਹੀ ਜ਼ਿੰਦਗੀ ਚਾਹੁੰਦੇ ਹਾਂ। ਅਸੀਂ ਰੂਹਾਨੀਅਤ ਭਰੀ ਜ਼ਿੰਦਗੀ ਚਾਹੁੰਦੇ ਹਾਂ, ਅਸੀਂ ਫਿਰ ਕੀ ਅਟਰੈਕਟ ਕਰੀਏ, ਕੀ ਮੈਨੀਫੈਸਟ ਕਰੀਏ। ਔਰ ਅਸੀਂ ਹੈਲਥੀ ਵੀ ਬਿਲਕੁਲ ਹੋਣੇ ਚਾਹੀਦੇ, ਫਿੱਟ ਵੀ ਹੋਣੇ ਚਾਹੀਦੇ ਆ, ਸਾਡੇ ਕੋਲ ਵਰਤਣ ਲਈ ਖੁੱਲ੍ਹਾ ਭੰਡਾਰੇ ਵੀ ਹੋਣੇ ਚਾਹੀਦੇ ਨੇ। ਸਾਰੀਆਂ ਗੁਰਬਾਣੀ ਨੇ ਸਾਨੂੰ ਖੁੱਲ੍ਹੇ ਭੰਡਾਰੇ ਦਿੱਤੇ ਹੋਏ ਨੇ। ਕਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਕੌਣ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਗੁਰਬਾਣੀ ਦੀ ਕੋਈ ਵੀ ਤੁਸੀਂ ਜਿਹੜੀ ਆ ਪੰਕਤੀ ਹੈ, ਜਿਹੜੀ ਤੁਹਾਨੂੰ ਲੱਗ ਰਿਹਾ ਵੀ ਮੈਨੂੰ ਇਹ ਜ਼ਿੰਦਗੀ ਵਿੱਚ ਚਾਹੀਦਾ, ਉਹਨੂੰ ਰਿਪੀਟ ਕਰ ਲਓ, ਉਹਦੀ ਐਫਰਮੇਸ਼ਨ ਜਿਹੜਾ ਕਰੀ ਜਾਓ। ਕਿੰਨਾ ਗੁਰਬਾਣੀ ਵਿੱਚ ਤੰਦਰੁਸਤੀ ਲਈ ਇੰਨੇ ਸਿਧਾਂਤ ਦਿੱਤੇ ਨੇ। ਨਾਮ ਜਪਣ ਦੀਆਂ ਬਰਕਤਾਂ ਹੀ ਇੰਨੀਆਂ ਦਿੱਤੀਆਂ ਨੇ। ਸੁਖਮਨੀ ਸਾਹਿਬ ਜੀ ਦੀ ਅਗਰ ਅਸੀਂ ਬਾਣੀ ਲੈ ਲਈਏ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਹੁਣ ਜਦੋਂ ਨਾਮ ਜਪਦੇ ਹੋ, ਨਿਤਨੇਮ ਕਰਦੇ ਹੋ, ਤਾਂ ਸੋਚੋ ਵੀ ਇਹ ਬਰਕਤਾਂ ਤਾਂ ਆਟੋਮੈਟਿਕਲੀ ਨਾਮ ਦੇ ਵਿੱਚ ਹੀ ਇੰਨੀਆਂ ਆ ਹੀ ਰਹੀਆਂ ਨੇ। ਉਹੀ ਮੈਨੀਫੈਸਟ ਕਰ ਲਓਗੇ ਤੁਸੀਂ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ। ਸਿਮਰਨ ਦਾ ਮਤਲਬ ਯਾਦ, ਫੀਲ ਕਰਦੇ ਨਾਲ ਪਰਮਾਤਮਾ ਨੂੰ। ਤਾਂ ਫਿਰ ਜਿਹੜਾ ਸੱਚਾ ਗਿਆਨ ਹੈ ਆਪਣੇ ਆਪ ਹੀ ਜਾਗਰਤ ਹੋ ਜਾਣਾ। ਉਹਦੇ ਸਿਮਰਨ ਵਿੱਚ ਇੰਨੀ ਤਾਕਤ ਹੈ। ਧਿਆਨ ਵੀ ਲੱਗਣ ਲੱਗ ਜਾ। ਸਿਮਰਨ ਦਾ ਮਤਲਬ ਹੀ ਧਿਆਨ ਹੈ। ਜਦੋਂ ਯਾਦ ਹੈ ਉਦੋਂ ਧਿਆਨ ਵਿੱਚ ਹੈ। ਸਿਮਰਨ ਦਾ ਮਤਲਬ ਹੀ ਧਿਆਨ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤਤ ਬੁੱਧ ਜਾਗਰਤ ਹੋ ਜਾਂਦੀ, ਵਿਵੇਕ ਬੁੱਧ ਜਾਗਦੀ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਸਾਰੇ ਜਪ ਪਰਮਾਤਮਾ ਦੀ ਯਾਦ ਵਿੱਚ, ਸਾਰੀ ਤਰ੍ਹਾਂ ਦੀ ਤਪੱਸਿਆ ਪਰਮਾਤਮਾ ਦੀ ਯਾਦ ਵਿੱਚ, ਸਾਰੀ ਪੂਜਾ ਪਰਮਾਤਮਾ ਦੀ ਯਾਦ ਵਿੱਚ। ਪ੍ਰਭ ਕੈ ਸਿਮਰਨ ਮਨਸੈ ਦੂਜਾ। ਹੁਣ ਕੀ ਹੋ ਗਿਆ, ਸਾਰਿਆਂ ਵਿੱਚ ਹੀ ਪਰਮਾਤਮਾ ਨਜ਼ਰ ਆਉਣ ਲੱਗ ਜਾਏਗਾ ਕਰਦਿਆਂ ਕਰਦਿਆਂ, ਰੋਜ਼ ਦਾ ਅਭਿਆਸ ਕਰਦਿਆਂ ਕਰਦਿਆਂ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਇੱਕ ਤਾਂ ਬਾਹਰ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਲੋਕ, ਰਾਈਟ। ਇੱਕ ਫਿਰ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਆ ਤਾਂ ਅੰਦਰ ਦੀਆਂ ਮੈਲਾਂ ਸਾਫ਼ ਹੋਣ ਲੱਗ ਜਾਂਦੀਆਂ। ਹੋ ਗਿਆ ਅੰਦਰ ਤੀਰਥ, ਅੰਦਰ ਹੀ ਹੋ ਗਿਆ ਇਸ਼ਨਾਨ। ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਹੁਣ ਪਰਮਾਤਮਾ ਦੀ ਯਾਦ ਵਿੱਚੋਂ ਤਾਂ ਫਿਰ ਆਪੇ ਹੀ ਕਬੂਲ ਆ ਉਹਦੇ ਦਰਗਾਹ ਦੇ ਵਿੱਚ। ਪ੍ਰਭ ਕੈ ਸਿਮਰਨ ਹੋਈ ਸੋ ਭਲਾ। ਭਲਾ ਹੀ ਹੋਏਗਾ ਹੁਣ ਜਿਹੜਾ ਪਰਮਾਤਮਾ ਨੂੰ ਯਾਦ ਕਰ ਰਿਹਾ। ਉਹ ਕਿਸੇ ਬਾਰੇ ਬੁਰਾ ਸੋਚੇਗਾ ਹੀ ਨਹੀਂ, ਉਹਦਾ ਬੁਰਾ ਹੋਣਾ ਵੀ ਨਹੀਂ, ਭਲਾ ਹੀ ਹੋਏਗਾ। ਪ੍ਰਭ ਕੈ ਸਿਮਰਨ ਸੋ ਫਲ ਫਲਾ। ਅਸਲੀ ਫਲ, ਸੱਚਾ ਫਲ ਫਲਿਤ ਹੋ ਜਾਂਦਾ। ਅਸਲੀ ਫਲ ਕੀ ਆ, ਜੋ ਅਸੀਂ ਆਪ ਹਾਂ, ਜੋ ਸਾਡਾ ਸੈਲਫ ਆ।
ਜੋ ਅਸੀਂ ਹੈਗੇ ਆ, ਐਡੀ ਵੱਡੀ ਅਸੀਂ ਸ਼ਕਤੀ ਆ, ਅਸੀਂ ਖੁਦ ਹੀ ਅਬੰਡੈਂਸ, ਖੁਦ ਹੀ ਪਰਮਾਤਮਾ ਦਾ ਰੂਪ ਆ। ਉਹ ਫਲ ਫਲਿਤ ਹੋ ਜਾਂਦਾ, ਜਿਹਨੂੰ ਕਹਿ ਲਈਏ ਅਸੀਂ ਆਪਣੀ ਕੌਨਸ਼ੀਅਸਨੈਸ ਦੇ ਨਾਲ ਸਾਡਾ ਅਸੀਂ ਕਨੈਕਟ ਹੋ ਜਾਂਦੇ। ਸਿਮਰਨ ਦੇ ਆ ਸੁਖਮਨੀ ਸਾਹਿਬ ਦੀ ਪਹਿਲੀ ਤੇ ਦੂਸਰੀ ਅਸ਼ਟਪਦੀ ਪੜ੍ਹ ਕੇ ਦੇਖਿਓ ਅੱਜ, ਕਿਆ ਮੌਜਾਂ ਲੱਗਦੀਆਂ ਵੀ ਇੰਨੇ ਫਲ ਸਿਮਰਨ ਵਿੱਚ। ਫਿਰ ਅਸੀਂ ਉਹਨੂੰ ਯਾਦ ਨਹੀਂ ਕਰਦੇ, ਬਸ ਉਦਾਂ ਹੀ ਨਿਤਨੇਮ ਕਰ ਲਿਆ, ਉਹ ਕਰ ਲਿਆ। ਯਾਦ, ਫੀਲ, ਅਨੁਭਵ ਕਰਨਾ, ਇਹੀ ਮੈਨੀਫੈਸਟੇਸ਼ਨ ਕਰਕੇ ਦੇਖੋ ਪਰਮਾਤਮਾ ਨੂੰ ਯਾਦ। ਬਸ ਅੱਖਾਂ ਬੰਦ ਕੀਤੀਆਂ ਤਾਂ ਪਰਮਾਤਮਾ ਨੂੰ ਫੀਲ ਕਰੋ, ਹਰ ਜਗ੍ਹਾ ਤਾਂ ਹੈਗਾ। ਤੁਹਾਡੀ ਮਰਜ਼ੀ ਆ, ਤੁਹਾਨੂੰ ਪਰਮਾਤਮਾ ਨੇ ਇੱਥੇ ਟੱਚ ਕਰ ਲਿਆ, ਇੱਥੇ ਕਰ ਲਿਆ, ਜਿੱਥੇ ਮਰਜ਼ੀ ਕਰਾਈ ਜਾਓ, ਫੀਲ ਕਰੀ ਜਾਓ। ਸੌਖੀ ਤੋਂ ਸੌਖੀ ਅਗਰ ਟੈਕਨੀਕ ਚਾਹੀਦੀ ਹੈ ਮੈਨੀਫੈਸਟੇਸ਼ਨ ਦੀ, ਜ਼ਿੰਦਗੀ ਜੋ ਤੁਸੀਂ ਚਾਹੁੰਦੇ ਹੋ, ਸਵੇਰੇ ਸੁੱਤੇ ਉੱਠਦੇ ਬਿਨਾਂ ਬ੍ਰਸ਼ ਕੀਤਿਆਂ, ਬਿਨਾਂ ਕੁਰਲੀ ਕੀਤਿਆਂ, ਬਿਨਾਂ ਯੂਰਿਨ ਪਾਸ ਕੀਤਿਆਂ ਆਪਣੇ ਬੈੱਡ ਦੇ ਉੱਤੇ ਬੈਠ ਜਾਓ। ਸੋ ਆਪਣੇ ਗੁਰੂ ਨੂੰ ਬੁਲਾਓ, ਜਿਸ ਗੁਰੂ ਦੀ ਵੀ ਤੁਸੀਂ ਅਰਾਧਨਾ ਕਰਦੇ ਹੋ। ਮੰਨ ਲਓ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਧਿਆਨ ਦਿਓ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਬਸ ਇੰਨਾ ਕਹੇ ਤੇ ਨਾਲ ਲੱਗਦਾ ਫੀਲ ਕਰ ਲਓ। ਉਹਨਾਂ ਨੇ ਕਿਤੋਂ ਉੱਥੋਂ ਚੱਲ ਕੇ ਨਹੀਂ ਆਣਾ, ਹਾਜ਼ਰ ਨਾਜ਼ਰ ਆ ਸਤਿਗੁਰ ਮੇਰਾ ਸਦਾ ਸਦਾ। ਫੀਲ ਕਰੋ ਵੀ ਤੁਹਾਡੇ ਸੀਸ ਦੇ ਉੱਤੇ ਮੇਰਾ ਭਰਿਆ ਹੱਥ ਰੱਖ ਦਿੱਤਾ, ਐਨ ਚੰਗੀ ਤਰ੍ਹਾਂ ਇੰਜੋਏ ਕਰੋ। ਫਿਰ ਉਹਦੇ ਵਿੱਚ ਜੋ ਬਲੈਸਿੰਗਸ ਚਾਹੁੰਦੇ ਹੋ ਲੈ ਲਓ। ਤੰਦਰੁਸਤੀ ਚਾਹੁੰਦੇ ਹੋ, ਸੀਸ ਤੇ ਹੱਥ ਰੱਖ ਦਿੱਤਾ, ਸਰੀਰ ਤੰਦਰੁਸਤ ਕਰ ਦਿੱਤਾ। ਮਨ ਦੀ ਸ਼ਾਂਤੀ ਚਾਹੁੰਦੇ ਹੋ, ਸੀਸ ਤੇ ਹੱਥ ਰੱਖ ਦਿੱਤਾ, ਮਨ ਦੀ ਭਟਕਣਾ ਬੰਦ, ਮਨ ਇਕਾਗਰ ਚਿੱਤ ਹੋ ਗਿਆ, ਸ਼ਾਂਤ ਹੋ ਗਿਆ। ਪ੍ਰੇਮ ਚਾਹੁੰਦੇ ਹੋ ਤਾਂ ਪਰਮ, ਇਸ ਤੋਂ ਵੱਡਾ ਪ੍ਰੇਮ ਨਹੀਂ ਆ ਜਿਹਨੂੰ ਸਤਿਗੁਰ ਪ੍ਰੇਮ ਕਰ ਲਵੇ। ਫੀਲ ਕਰੋ, ਸਤਿਗੁਰ ਖੁੱਲੇ ਭੰਡਾਰੇ ਨੇ, ਉਹ ਮਨਾ ਨਹੀਂ ਕਰਦੇ ਤੂੰ ਮੇਰੇ ਕੋਲ ਪ੍ਰੇਮ ਨਾ ਲੈ, ਉਹ ਹੈ ਹੀ ਪ੍ਰੇਮ ਆ। ਸਵੇਰੇ ਸਵੇਰੇ ਜਦੋਂ ਤੁਸੀਂ ਭਰ ਲੈਂਦੇ ਹੋ ਆਪਣੇ ਆਪ ਨੂੰ ਪ੍ਰੇਮ ਦੇ ਨਾਲ, ਗ੍ਰੈਟੀਟਿਊਡ ਦੇ ਨਾਲ ਸ਼ੁਕਰਾਨਾ ਕਰੀ ਜਾਓ, ਸ਼ੁਕਰ ਹੈ ਮਹਾਰਾਜ ਜੀ, ਤੰਦਰੁਸਤੀ ਬਖਸ਼ੀ, ਸ਼ੁਕਰ ਹੈ ਘਰ 'ਚ ਬਰਕਤਾਂ ਚਾਹੀਦੀਆਂ ਨੇ, ਬਰਕਤਾਂ ਬਖਸ਼ ਦਿੱਤੀਆਂ, ਸ਼ੁਕਰ ਹੈ। ਤੁਸੀਂ ਜੋ ਮਰਜ਼ੀ ਪ੍ਰੇਮ ਚਾਹੁੰਦੇ ਹੋ, ਅੱਛਾ ਮਾਹੌਲ ਘਰ 'ਚ ਚਾਹੁੰਦੇ ਹੋ, ਫੀਲ ਕਰਿਆ ਕਰੋ ਜਿਸ ਘਰ 'ਚ ਗੁਰੂ ਨਾਨਕ ਦੇਵ ਜੀ ਆਉਂਦੇ ਨੇ ਉੱਥੇ ਕਿਹੋ ਜਿਹਾ ਮਾਹੌਲ ਹੋਏਗਾ, ਸੱਚਖੰਡ ਵਰਗਾ ਮਾਹੌਲ ਹੋਏਗਾ, ਔਰ ਉਹ ਹੋਣ ਲੱਗ ਜਾਏਗਾ। ਸਭ ਤੋਂ ਪਹਿਲਾਂ ਖੁਸ਼ ਰਹਿਣਾ ਸਿੱਖੀਏ, ਰਿਸਰਚਰਸ ਕਹਿੰਦੀਆਂ ਨੇ। ਖੁਸ਼ ਰਹਿਣ ਦੇ ਲਈ ਸ਼ੁਕਰਾਨਾ, ਓਵਰਆਲ ਇਹਦੇ ਵਿੱਚੋਂ ਅਸੀਂ ਸਾਰਾ ਅਗਰ ਨਿਚੋੜ ਕੱਢ ਲਈਏ, ਇੰਨਾ ਕੁਛ ਦਿੱਤਾ ਹੋਇਆ, ਇੰਨਾ ਕੁਛ ਮਿਲਿਆ ਹੋਇਆ, ਉਹਦਾ ਸ਼ੁਕਰਾਨਾ ਹੀ ਅਸੀਂ ਕਰੀ ਜਾਈਏ ਤਾਂ ਫਿਰ ਉਹ ਜੋ ਚਾਹਾਂਗੇ ਮੈਨੀਫੈਸਟ ਹੋਈ ਜਾਏਗਾ। ਫਿਰ ਸੰਸਾਰ ਨੂੰ ਸੁੰਦਰ ਦੇਖੋ। ਇੱਕ ਤਾਂ ਸਾਡੀ ਨੈਗੇਟਿਵਿਟੀ ਉੱਥੇ ਉਹ ਹੋ ਰਿਹਾ, ਉਹ ਹੋ ਰਿਹਾ। ਮਹਾਰਾਜ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਐਡਾ ਸਾਨੂੰ ਮਤਲਬ ਕਿੱਦਾਂ ਦੀ ਦ੍ਰਿਸ਼ਟੀ ਦਿੱਤੀ ਗੁਰੂ ਮਹਾਰਾਜ ਨੇ। ਦੇਖੋ ਸੰਸਾਰ ਵਿੱਚ ਸੱਚਾ ਪਰਮਾਤਮਾ ਹੈ, ਉਹਦਾ ਵਾਸਾ ਹੈ। ਫਿਰ ਆਪਣੇ ਆਪ ਨੂੰ ਵੀ ਛੋਟਾ ਨਾ ਸਮਝੋ। ਮੈਂ ਕਹਿੰਦੀ ਜੇ ਅਗਰ ਪੋਜ਼ਿਟਿਵ ਅਫਰਮੇਸ਼ਨਸ ਜਾਂ ਮੈਨੀਫੈਸਟੇਸ਼ਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਚਨਾਂ ਚ ਲਓ ਜਰਾ, ਆਪਣੇ ਆਪ ਨੂੰ ਦੇਖੋ, ਰੱਖੋ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਆ ਗਏ, ਬੁਲਾਏ ਤੁਸੀਂ ਸਵੇਰੇ ਸਵੇਰੇ, ਹੈ ਨਾ, ਮਹਾਰਾਜ ਜੀ ਆ ਗਏ। ਉਹ ਕੀ ਕਹਿੰਦੇ ਨੇ ਆ ਕੇ ਸਾਨੂੰ, ਉਹਨਾਂ ਦੇ ਮੂੰਹੋਂ, ਉਹਨਾਂ ਦੇ ਮੁਖ ਤੋਂ ਵਾਕ ਕਢਾਓ, ਉਹਨਾਂ ਦੇ ਵਚਨ, ਕੀਤੇ ਹੋਏ ਵਚਨ। ਕੀ ਕਹਿ ਰਹੇ ਨੇ ਗੁਰੂ ਸਾਹਿਬ ਜੀ? ਖਾਲਸਾ ਮੇਰਾ ਰੂਪ ਹੈ ਖਾਸ, ਪੁੱਤਰ ਤੂੰ ਮੇਰਾ ਹੀ ਰੂਪ ਹੈ। ਦੇਖੋ ਫਿਰ ਕਿਵੇਂ ਖਿਲਦੇ ਹੋ। ਖਾਲਸੇ ਮੈਂ ਹੋ ਕਰੋ ਨਿਵਾਸ, ਪੁੱਤਰ ਮੈਂ ਤੇਰੇ ਵਿੱਚ ਹੀ ਹੈ। ਖਾਲਸਾ ਮੇਰੀ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰਾ ਬੁੱਧ ਔਰ ਗਿਆਨ, ਖਾਲਸੇ ਕਾ ਹੋ ਧਰੋ ਧਿਆਨ, ਹੋਂ ਖਾਲਸੇ ਕਾ ਖਾਲਸੋ ਮੇਰਾ। तो देखो वो किटी ਸਾਡੇ ਕੋਲ ਤਾਂ ਜ਼ਬਰਦਸਤ ਇਹ ਪਈ ਆ ਮੈਨੀਫੈਸਟੇਸ਼ਨ ਦੇ ਲਈ। ਸਤਿਗੁਰਾਂ ਦੇ ਵਚਨ ਮੁਖ ਤੋਂ ਕਢਾਓ, ਫੀਲ ਕਰੋ ਮਹਾਰਾਜ ਨੇ ਮੈਨੂੰ ਵਚਨ ਕਿਹਾ, ਕਹੇ ਹੋਏ ਨੇ, ਬਿੱਲ ਕੀਤੀ ਹੋਈ ਹੈ ਮਹਾਰਾਜ ਜੀ ਨੇ ਸਾਡੇ ਲਈ। ਮਾਂ ਬਾਪ ਕਰ ਦਿੰਦੇ ਨਾ ਜਦੋਂ ਸਿਗਨੇਚਰ, ਉਹ ਬੱਚਿਆਂ ਦੀ ਹੋ ਜਾਂਦੀ ਉਹ ਚੀਜ਼ ਜਿਹਦੇ ਨਾਂ ਕਰ ਦਿੰਦੇ, ਤਾਂ ਗੁਰੂ ਸਾਹਿਬ ਨੇ ਕੀਤੀ ਹੈ ਸੰਸਾਰ ਦੇ ਲਈ, ਜਿਹੜਾ ਮਰਜ਼ੀ ਲੈ ਲਵੇ। ਖਾਲਸ ਦਾ ਮਤਲਬ ਸ਼ੁੱਧ, ਪਿਓਰ। ਜਿੰਨੀ ਵਾਰ ਸੋਚ ਫੀਲ ਹੋਈ ਜਾਊਗਾ ਕਿ
ਸਤਿਗੁਰ ਤਾਂ ਮੈਨੂੰ ਖਾਲਸ ਕਰ ਰਿਹਾ, ਪਿਓਰ ਕਰ ਦਿੱਤਾ, ਨਿਰਮਲ ਕਰ ਦਿੱਤਾ। ਜਿਹਦੇ ਕੋਲ ਸਤਿਗੁਰ ਆ, ਜਿਹਨੂੰ ਜਿਹੜਾ ਅਸੀਸਾਂ ਲੈ ਰਿਹਾ, ਉਹ ਖੁਦ ਹੀ ਚੱਲਦਾ ਫਿਰਦਾ ਅਬੰਡੈਂਸ ਆ। ਉਹ ਚੱਲਦਾ ਫਿਰਦਾ ਪਤਾ ਨਹੀਂ ਉਹ ਕੀ ਹੈ, ਕਿਉਂਕਿ ਉਹਦੀ ਕੋਈ ਡੈਫੀਨੇਸ਼ਨ ਨਹੀਂ ਰਹਿ ਜਾਂਦੀ, ਉਹਦੀ ਕੋਈ ਪਰਿਭਾਸ਼ਾ ਨਹੀਂ ਰਹਿ ਜਾਂਦੀ। वो तो अब तो जाए चढ़े सिंहासन, मिले है सारंग पानी, राम कबीरा एक पै है, कोई ना सके पछानी। उस सिंहासन ते निश्चल आसन दे उत्ते विराजमान हो जाती है रूप। संगत जी भंडारे भरे पे ने श्री गुरु ग्रंथ साहब जी की बाणी दे विच, जिन्नियां मर्जी दे विच पॉजिटिव अफर्मेशनस लई जाओ, इंजॉय करी जाओ, वो पुंचो हम तनवंत भागट सच नाए, हर गुण गावे सहज सुअर। ओ तनवंत कुलवंत पतवंत जीवन मुक्त जिस हृदय भगवंत। हृदय च फील करन लग जाओ वाहिगुरू मेरे हृदय च है, फल नाल ही है सारे। जिस नाम हृदय सोई बट राजा, जिस नाम हृदय तिस पूरे काजा, जिस नाम हृदय तिस निश्चल आसन, जिस नाम हृदय तिस तख्त निवासन, जिस नाम हृदय तिन कोट धन पाए। फील करो हृदय च है मेरे वाहिगुरू, जो जपना उन्होंने फील करना। जवान बेशक ना जपे, हृदय की धड़कन धड़कन जपे, रोम रोम जपे, प्राण प्राण जपे, फीलिंग्स फील करना। सो कोटान कोटान शुकराना असीं सतगुरां दा करिए, जिन्हां ने पहले ही सानू ये सारियां टैक्नीक्स दित्तियां होईयां ने, फिर सारे जिन्हां ने सानू रिसर्चस कर करके दित्तियां ने, विद्वान ने, उन्हां दा भी असीं शुकराना करिए। सानू जिंदगी सौखी करन दे लई इन्ना कुछ समझा रहे ने, सब दा शुकराना। आप सारियां प्यारियां प्यारियां संगतां दा शुकराना। और परमात्मा की किरपा दे नाल तुहानू सारे ही सुख मिलन, लोक भी सुखी होवे, परलोक भी सुहेला होवे जी। होईयां भुल्लां गलतियां बख्श देणियां संगत जी, हमेशा ही अपनियां असीसां बना के रखना जी। वाहिगुरू जी का खालसा, वाहिगुरू जी की फतेह।